ਅਕਾਲ ਜੀ। ਹਮਦਰਦ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ ਵਿੱਚ। ਮੈਂ ਤਰਨਜੀਤ ਕੌਰ। ਦੋਸਤੋ, ਕਰੋਨਾ ਵਾਇਰਸ ਤੋਂ ਬਾਅਦ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਹਰ ਚੀਜ਼ ਦੇ ਵਿੱਚ ਅਪਡੇਸ਼ਨ ਆ ਰਹੀ ਹੈ, ਸੋ ਵੱਖ-ਵੱਖ ਮੁਲਕਾਂ ਦੇ ਇਮੀਗ੍ਰੇਸ਼ਨ ਸਿਸਟਮ ਦੇ ਵਿੱਚ ਵੀ ਕਾਫੀ ਜ਼ਿਆਦਾ ਅਪਡੇਸ਼ਨਸ ਦੇਖਣ ਨੂੰ ਮਿਲ ਰਹੀਆਂ ਨੇ। ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ, ਜੋ ਇਸ ਵਕਤ ਤਾਜ਼ਾ ਅਪਡੇਸ਼ਨ ਦੇਖਣ ਨੂੰ ਮਿਲ ਰਹੀਆਂ ਨੇ। ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਤੁਹਾਡਾ ਕੋਈ ਇਸ ਵਕਤ ਸਵਾਲ ਹੈਗਾ, ਸਾਨੂੰ ਹੇਠ ਲਿਖੇ ਪ੍ਰੋਗਰਾਮ ਦੇ ਵਿੱਚ ਲਾਈਵ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ। ਪ੍ਰੋਗਰਾਮ ਵਿੱਚ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਤੇ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਵਧੇਰੇ ਜਾਣਕਾਰੀ ਦੇਣ ਲਈ ਸਾਡੇ ਨਾਲ ਜੁੜ ਚੁੱਕੇ ਨੇ CWC ਤੋਂ ਗੁਰਪ੍ਰੀਤ ਖਹਿਰਾ ਜੀ। ਬਹੁਤ ਬਹੁਤ ਸਵਾਗਤ ਹੈ ਸਰ। ਬਹੁਤ ਸ਼ੁਕਰੀਆ ਤਰਨ ਅਤੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਨੇ ਸਰ? ਬਹੁਤ ਵਧੀਆ ਜੀ ਸਰ, ਅਸੀਂ ਜਿਵੇਂ ਦੇਖ ਰਹੇ ਹਾਂ ਕਿ ਇਸ ਵਕਤ ਵੱਖ-ਵੱਖ ਮੁਲਕਾਂ ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਕਿਤੇ ਸਖਤੀ ਦੇਖਣ ਨੂੰ ਮਿਲ ਰਹੀ ਹੈ, ਕਿਤੇ ਨਰਮੀ ਥੋੜੀ ਜਿਹੀ ਦੇਖਣ ਨੂੰ ਮਿਲ ਰਹੀ ਆ। ਕੈਨੇਡਾ ਦੀ ਇਸ ਵਕਤ ਗੱਲ ਕਰੀਏ, ਕੀ ਤਾਜ਼ਾ ਅਪਡੇਸ਼ਨ ਹੈਗੀ ਹੈ? ਜਿਵੇਂ ਅਸੀਂ ਦੇਖ ਰਹੇ ਹਾਂ ਕਿ ਹਰ ਰੋਜ਼ ਨਵੇਂ ਅਪਡੇਟਸ ਆ ਰਹੇ ਨੇ। ਜੀ ਤਰਨ, ਪਿਛਲੇ ਹਫਤੇ ਵੀਕਐਂਡ ਦੇ ਉੱਤੇ ਬਹੁਤ ਸਾਰੇ ਸ਼ਹਿਰਾਂ 'ਚ ਇਸੇ ਨੂੰ ਚੀਜ਼ ਇਮੀਗ੍ਰੇਸ਼ਨ ਨੂੰ ਲੈ ਕੇ ਹੀ ਬਹੁਤ ਪ੍ਰਦਰਸ਼ਨ ਨੇ ਜਿਹੜੇ ਉਹ ਡਿਫਰੈਂਟ ਸ਼ਹਿਰਾਂ ਦੇ ਵਿੱਚ ਹੋਏ ਨੇ। ਜਿਹੜਾ ਪ੍ਰਦਰਸ਼ਨ ਕਰਨ ਵਾਲੇ ਲੋਕ ਸੀ, ਉਹਨਾਂ ਦਾ ਮੇਨ ਜਿਹੜਾ ਮੁੱਦਾ ਸੀ ਉਹ ਸੀ ਕਿ ਉਹਨਾਂ ਦੀਆਂ ਜਿਹੜੀਆਂ ਸਪਾਊਜ਼ਲ ਐਪਲੀਕੇਸ਼ਨਸ ਨੇ, ਜਿੱਥੇ ਉਹਨੇ ਵਿਆਹ ਕਰਾਇਆ ਤੇ ਵਿਆਹ ਤੋਂ ਬਾਅਦ ਆਪਣੇ ਸਪਾਊਸ ਨੂੰ ਕੈਨੇਡਾ ਬੁਲਾਉਣ ਲਈ ਅਰਜ਼ੀ ਕੀਤੀ ਹੈ, ਉਹ 'ਚ ਬਹੁਤ ਜ਼ਿਆਦਾ ਦੇਰੀ ਜਿਹੜੀ ਹੋ ਰਹੀ ਹੈ। ਉਹ ਦੇਰੀ ਨੂੰ ਕਿਵੇਂ ਸਰਕਾਰ ਦੂਰ ਕਰੇ ਤੇ ਉਹਨਾਂ ਦੇ ਸਪਾਊਸ ਨੂੰ ਛੇਤੀ ਤੋਂ ਛੇਤੀ ਜਿਹੜਾ ਉਹਨਾਂ ਨਾਲ ਮਿਲਾਵੇ ਇੱਥੇ ਕੈਨੇਡਾ ਦੇ ਵਿੱਚੋਂ, ਉਹ ਚੀਜ਼ ਨੂੰ ਲੈ ਕੇ ਹੀ ਇਹ ਪ੍ਰਦਰਸ਼ਨ ਜਿਹੜੇ ਕੀਤੇ ਗਏ ਨੇ। ਤੇ ਆਪਾਂ ਨੂੰ ਹੈਰਾਨੀ ਵਾਲੀ ਗੱਲ ਇਹ ਵੀ ਹੈ ਨਾਲ ਇਹਦੇ ਕਿ ਇਕੱਲੇ ਜਿਹੜੇ COVID-19 ਦੇ ਦੌਰਾਨ ਹੀ ਇਹ ਡਿਲੇਜ਼ ਨਹੀਂ ਹੋਈਆਂ, ਉਹਨਾਂ 'ਚੋਂ ਇਹੋ ਜਿਹੇ ਕਈ ਪ੍ਰਦਰਸ਼ਨ ਕਰਨ ਵਾਲੇ ਲੋਕ ਵੀ ਸੀ ਜਿਨ੍ਹਾਂ ਦੀਆਂ ਅਰਜ਼ੀਆਂ 2016, 2017 ਜਾਂ 2018 ਦੀਆਂ ਵੀ ਲੱਗੀਆਂ ਨੇ। 3-3, 4-4 ਸਾਲ ਹੋ ਗਏ ਨੇ ਤੇ ਹਾਲੇ ਵੀ ਉਹਨਾਂ ਤੇ ਕੋਈ ਫੈਸਲਾ ਜਿਹੜਾ ਨਹੀਂ ਹੋਇਆ। ਸੋ ਲੋਕ ਬਹੁਤ ਫਰਸਟ੍ਰੇਟਡ ਨੇ ਇਸ ਗੱਲ ਤੋਂ ਲੈ ਕੇ ਕਿ ਇੰਨਾ ਲੰਬਾ ਸਮਾਂ ਉਹਨਾਂ ਦੀ ਸਪਾਊਸ ਦੀ ਅਰਜ਼ੀ ਨੂੰ ਕਿਉਂ ਲੱਗ ਰਿਹਾ ਹੈਗਾ। ਤੇ ਇਹ ਜਿਹੜੇ ਮੌਂਟਰੀਆਲ, ਟੋਰਾਂਟੋ, ਵੈਨਕੂਵਰ, ਵੱਖਰੇ ਸ਼ਹਿਰਾਂ ਦੇ ਵਿੱਚੋਂ ਇਹ ਪ੍ਰਦਰਸ਼ਨ ਕੀਤੇ ਗਏ ਸੀਗੇ। ਸੋ ਪਰ ਜਦੋਂ ਇਹ ਚੀਜ਼ ਹੈ ਜਿਹੜੀ ਗਵਰਨਮੈਂਟ ਦਾ ਪੱਖ ਜਾਣਿਆ ਲੋਕਾਂ ਨੇ, ਤਾਂ ਉਹਨਾਂ ਦਾ ਪੱਖ ਇਹ ਸੀਗਾ ਕਿ ਜਿੰਨਾ ਚਿਰ ਉਹ ਰਿਕੁਆਇਰਮੈਂਟ ਹੈ ਜਿਹੜੀ ਉਹ ਪੂਰੀ ਨਹੀਂ ਕਰਨਗੇ ਜੀ, ਉਹਨਾਂ ਚਿਰ ਉਹਨਾਂ ਨੂੰ ਕਿਵੇਂ ਆਉਣ ਦਿੱਤਾ ਜਾਵੇ। ਬਹੁਤ ਸਾਰੇ ਲੋਕ ਇਹ ਸਮਝਦੇ ਨੇ ਕਿ ਇਮੀਗ੍ਰੇਸ਼ਨ ਸਰਵਿਸ ਹੈਗੀ ਹੈ ਤੇ ਸਰਕਾਰ ਨੇ ਆਪਣੀ ਵੈਬਸਾਈਟ ਤੇ ਲਿਖਿਆ ਹੈ ਕਿ ਜਿਹੜਾ ਕੇਸ ਦਾ 12 ਮਹੀਨੇ ਦੇ ਵਿੱਚ ਪ੍ਰੋਸੈਸ ਹੋ ਜਾਊਗਾ, ਪਰ ਇਮੀਗ੍ਰੇਸ਼ਨ ਸਰਵਿਸ ਨਹੀਂ ਹੈ ਜੀ, ਇਮੀਗ੍ਰੇਸ਼ਨ ਲਾਅ ਹੈਗਾ। ਤੇ ਉਹਦੇ ਵਿੱਚ ਜਿਹੜਾ ਅਰਜ਼ੀ ਕਰਨ ਵਾਲਾ ਉਹਦਾ ਮੈਂਡੇਟ, ਉਹਦੀ ਜ਼ਿੰਮੇਵਾਰੀ ਇਹ ਹੈਗੀ ਹੈ ਕਿ ਉਹਨੇ ਪ੍ਰੂਵ ਕਰਨਾ ਹੈ ਕਿ ਜੋ ਕਾਨੂੰਨ ਦੀਆਂ ਰਿਕੁਆਇਰਮੈਂਟਸ ਨੇ ਉਹ ਅਰਜ਼ੀ ਕਰਨ ਵਾਲਾ ਪੂਰੀਆਂ ਕਰਦਾ। ਤੇ ਸਰਕਾਰ ਦਾ ਇਹ ਮੈਂਡੇਟ ਹੈਗਾ ਕਿ ਸਰਕਾਰ ਨੇ ਦੇਖਣਾ ਕਿ ਜੋ ਅਰਜ਼ੀ ਕਰਨ ਵਾਲਾ ਉਹਦੀਆਂ ਰਿਕੁਆਇਰਮੈਂਟਸ ਜੇ ਪੂਰੀਆਂ ਕਰਦਾ ਤਾਂ ਉਹਨੂੰ ਵੀਜ਼ਾ ਜਾਂ ਉਹਨੂੰ ਪਰਮਿਸ਼ਨ ਹੈ ਉਹਦੀ ਦਿੱਤੀ ਜਾਵੇ। ਹੁਣ ਇਹ ਕੇਸ ਦੇ ਵਿੱਚੋਂ ਇਹ ਦੋ ਧਿਰਾਂ ਬਣ ਜਾਂਦੀਆਂ ਨੇ, ਇੱਕ ਅਰਜ਼ੀ ਕਰਨ ਵਾਲਾ ਧਿਰ ਹੋ ਗਈ, ਦੂਜੀ ਇਮੀਗ੍ਰੇਸ਼ਨ ਮਹਿਕਮਾ ਧਿਰ ਹੋ ਗਈ, ਤੇ ਦੋਵਾਂ ਦੀਆਂ ਆਪਦੀਆਂ ਮੈਂਡੇਟਸ ਨੇ ਜਿਹੜੀਆਂ ਪੂਰੀਆਂ ਕਰਨੀਆਂ ਨੇ। ਸੋ ਜਿਹੜਾ ਟਾਈਮ ਦਿੱਤਾ ਕਿ ਇੰਨੇ ਚਿਰ 'ਚ ਪ੍ਰੋਸੈਸ ਹੋਣੀਆਂ ਨੇ ਅਰਜ਼ੀਆਂ, ਜਾਂ 12 ਮਹੀਨੇ ਜਿਹੜੇ ਦਿੱਤੇ ਹੈ, ਉਹ ਆਮ ਤੌਰ 'ਤੇ ਜਿਹੜੀ ਇੱਕ ਆਮ ਅਰਜ਼ੀ ਹੈਗੀ ਹੈ ਉਹਨਾਂ 'ਤੇ ਆ, ਜਾਂ ਉਹ ਐਵਰੇਜ ਪ੍ਰੋਸੈਸਿੰਗ ਟਾਈਮ ਹੈਗੇ ਨੇ। ਸੋ ਉਹਦੇ ਉੱਤੇ ਜੇ ਆਪਾਂ ਇਹ ਗੱਲ ਨੂੰ ਸੋਚੀ ਕਿ ਉਹਨਾਂ ਨੇ 12 ਮਹੀਨੇ ਲਿਖਤਾ ਤੇ ਸਰਕਾਰ 12 ਮਹੀਨਿਆਂ 'ਚ ਉਹਨੂੰ ਪ੍ਰੋਸੈਸ ਕਰ ਜੂ, ਇਹ ਤਾਂ ਮੁਸ਼ਕਿਲ ਹੈ ਜੀ, ਕਿਉਂਕਿ ਉਹ ਕੋਈ ਸਰਵਿਸ ਤਾਂ ਹੈ ਨਹੀਂ ਜਿਹਦੇ 'ਤੇ ਸਰਵਿਸ ਸਟੈਂਡਰਡ ਟਾਈਮਸ ਨੇ ਜਿਹੜੇ ਉਹ ਫਿਕਸ ਕੀਤੇ ਜਾ ਸਕਦੇ ਨੇ। ਜੇ ਸਰਵਿਸ ਹੋਵੇ ਤਾਂ ਫਿਰ ਲੋਕ ਕੋਰਟ 'ਚ ਚੱਲ ਜਾ ਕਰਨ, ਆਖਿਆ ਕਰਨ ਕਿ ਦੇਖੋ ਜੀ ਇਹਨਾਂ ਨੇ 12 ਮਹੀਨੇ ਟਾਈਮ ਲਿਖਿਆ ਤੇ ਮੈਨੂੰ 12 ਮਹੀਨੇ 1 ਦਿਨ ਹੋ ਗਿਆ ਤੇ ਮੇਰੇ ਇਹਨਾਂ ਨੇ ਫੈਸਲਾ ਨਹੀਂ ਕੀਤਾ, ਸੋ ਗਲਤੀ ਕਰ ਰਹੇ ਨੇ। ਪਰ ਉੱਦਾਂ ਨਹੀਂ ਹੈਗਾ, ਉਹਨਾਂ ਨਾਲ ਵੈਰੀ ਕਲੀਅਰ ਕੀਤਾ ਕਿ ਉਹ 12 ਮਹੀਨੇ ਇੱਕ ਐਵਰੇਜ ਪ੍ਰੋਸੈਸਿੰਗ ਟਾਈਮ ਹੈ ਜਿਹੜਾ ਕਰੰਟ ਚੱਲ ਰਿਹਾ। ਉਹ ਅਪਡੇਟ ਵੀ ਨਹੀਂ ਕੀਤਾ, ਹੁਣ ਕੋਵਿਡ ਕਰਕੇ ਤਾਂ ਹੋਰ ਵੀ ਲੰਬਾ ਜਿਹੜਾ ਹੋ ਗਿਆ। ਸੋ ਜਿਹੜੀ ਇਹਦੇ ਨਾਲ ਜਿਹੜਾ ਗਵਰਨਮੈਂਟ ਹੈ ਉਹਨਾਂ ਨੇ ਇਹ ਵੀ ਆਖਿਆ ਕਿ ਅਸੀਂ ਛੋਟ ਦਿੱਤੀ ਹੈਗੀ ਹੈ ਸਪਾਊਸਸ ਨੂੰ ਜੋ ਕੈਨੇਡੀਅਨ ਸਿਟੀਜ਼ਨ ਜਾਂ ਪਰਮਾਨੈਂਟ ਰੈਜ਼ੀਡੈਂਟ ਨੇ, ਕਿ ਉਹ ਕੈਨੇਡਾ ਆ ਸਕਦੇ ਨੇ, ਉਹ ਟਰੈਵਲ ਐਗਜ਼ੈਂਪਸ਼ਨ ਦੇ ਥੱਲੇ ਨਹੀਂ ਹੈਗੇ। ਪਰ ਟਰੈਵਲ ਐਗਜ਼ੈਂਪਸ਼ਨ ਦੇ ਥੱਲੇ ਤਾਂ ਤਾਂ ਹੋਣਗੇ ਜੇ ਵੀਜ਼ਾ ਹੋਊਗਾ ਉਹਨੂੰ। ਜੇ ਵੀਜ਼ਾ ਹੀ ਨਹੀਂ ਹੈਗਾ ਤਾਂ ਟਰੈਵਲ ਐਗਜ਼ੈਂਪਸ਼ਨ ਦਾ ਤਾਂ ਕੋਈ ਮਤਲਬ ਨਹੀਂ ਰਹਿ ਜਾਂਦਾ। ਉਹ ਤਾਂ ਜੇ ਬੰਦੇ ਕੋਲ ਵੀਜ਼ਾ ਹੀ ਨਹੀਂ, ਉਹ ਆ ਹੀ ਨਹੀਂ ਸਕਦਾ ਕੈਨੇਡਾ। ਤੇ ਦੂਜਾ ਉਹਨਾਂ ਨੇ ਆਖਿਆ ਕਿ ਉਹਨਾਂ ਨੂੰ ਟੈਂਪਰੇਰੀ ਰੈਜ਼ੀਡੈਂਟ ਪਰਮਿਟ ਹੈ ਜਿਹੜਾ ਦੇ ਦਿੱਤਾ ਜਾਵੇ ਜਦੋਂ ਤੱਕ ਕੇਸ ਦਾ ਫੈਸਲਾ ਜਿਹੜਾ ਨਹੀਂ ਹੁੰਦਾ। ਸੋ ਇਹਦੇ ਤੇ ਇੱਕ ਕਾਨੂੰਨੀ ਜੋ ਨੁਕਤਾ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਟੈਂਪਰੇਰੀ ਰੈਜ਼ੀਡੈਂਟ ਪਰਮਿਟ ਹੈਗਾ ਉਹ ਸੈਕਸ਼ਨ 24 ਦੇ ਥੱਲੇ ਆਉਂਦਾ। ਤੇ ਸੈਕਸ਼ਨ 24 ਹੈ ਜਿਹੜਾ ਉਹ ਕਹਿੰਦਾ ਹੈਗਾ ਕਿ ਜਿਹੜੇ ਲੋਕ ਇਨਐਡਮਿਸਿਬਲ ਨੇ ਕੈਨੇਡਾ ਨੂੰ, ਉਹ ਉਹਨਾਂ ਨੂੰ ਦਿੱਤਾ ਜਾ ਸਕਦਾ। ਪਰ ਜੇ ਤੁਹਾਡੇ ਕੇਸ ਤੇ ਹਾਲੇ ਫੈਸਲਾ ਹੀ ਨਹੀਂ ਹੋਇਆ ਤੇ ਫਿਰ ਉਹ ਐਡਮਿਸਿਬਲ ਜਾਂ ਇਨਐਡਮਿਸਿਬਲ ਦਾ ਤਾਂ ਕੋਈ ਮਤਲਬ ਨਹੀਂ ਰਹਿ ਜਾਂਦਾ। ਜੀ ਬਿਲਕੁਲ, ਇਹਦੇ ਬਾਰੇ ਗੱਲ ਕਰਾਂਗੇ। ਇੱਕ ਦਰਸ਼ਕ ਪਹਿਲਾਂ ਜੁੜ ਗਏ ਨੇ ਸਾਡੇ ਨਾਲ। ਹੈਲੋ ਬੀਬਾ, ਅਸੀਂ ਮਾਰਚ 'ਚ ਆਏ ਸੀਗੇ ਤੇ ਉਹ ਵਿਜ਼ਿਟਰ ਵੀਜ਼ੇ ਤੇ ਜੀ। ਹਾਂ, ਤੇ ਉਹ ਐਕਸਟੈਂਡ ਕਰਾਉਣ ਦੀ ਲੋੜ ਹੈ ਕਿ ਨਹੀਂ?
ਸਰ ਤੁਸੀਂ ਕੁਝ ਪੁੱਛਣਾ ਚਾਹੁੰਦੇ ਹਾਂਜੀ ਤੁਸੀਂ ਸੁਪਰ ਵੀਜ਼ੇ ਤੇ ਆਏ ਹੋ ਜਾਂ ਤੁਸੀਂ ਵਿਜ਼ਿਟਰ ਵੀਜ਼ੇ ਤੇ? ਵਿਜ਼ਟਰ ਵੀਜ਼ੇ ਤੇ ਜੀ। ਵਿਜ਼ਿਟਰ ਵੀਜ਼ੇ ਦੇ ਉੱਤੇ ਆਏ ਹੋ ਜੀ, ਤੇ ਤੁਹਾਨੂੰ ਤੁਹਾਡੇ ਪਾਸ ਜੀ। ਹਾਂਜੀ ਤੁਹਾਡੇ ਪਾਸਪੋਰਟ ਦੇ ਉੱਤੇ ਐਂਟਰੀ ਦੀ ਮੋਹਰ ਲਾਈ ਗਈ ਹੈ, ਥੱਲੇ ਤਰੀਕ ਲਿਖੀ ਹੈ, ਜਾਂ ਫਿਰ ਕੱਲੀ ਮੋਹਰ ਲਾਈ ਗਈ ਹੈ, ਜਾਂ ਕੋਈ ਵੀ ਸਟੈਂਪ ਨਹੀਂ ਹੈ? ਕੱਲੀ ਮੋਹਰ ਲਾਈ ਗਈ ਹੈ। ਹਾਂਜੀ, तो ਤੁਸੀਂ 183 ਦਿਨ ਰਹਿ ਸਕਦੇ ਹੋ। ਸੋ ਮਾਰਚ ਚ ਆਏ ਹੋ ਤਾਂ ਸੈਪਟੰਬਰ ਤੱਕ ਜਿਹੜੀ ਤੁਹਾਨੂੰ ਰਹਿਣ ਦੀ ਇਜਾਜ਼ਤ ਹੈ, ਤੁਹਾਨੂੰ ਐਕਸਟੈਂਡ ਕਰਾਉਣਾ ਪੈਣਾ ਹੈ। ਪਰ ਇਹਦੇ ਨਾਲ ਇੱਕ ਸਰਕਾਰ ਨੇ ਇੱਕ ਛੋਟ ਵੀ ਦਿੱਤੀ ਹੈ ਜੀ। ਉਹ ਛੋਟ ਇਹ ਹੈਗੀ ਹੈ ਕਿ ਜੇ ਤੁਹਾਡਾ 30 ਜਨਵਰੀ 2020 ਤੋਂ ਬਾਅਦ ਸਟੇਟਸ ਐਕਸਪਾਇਰ ਹੋ ਰਿਹਾ ਹੈ ਤਾਂ ਤੁਹਾਡੇ ਕੋਲ 31 ਦਸੰਬਰ 2020 ਤੱਕ ਦਾ ਟਾਈਮ ਹੈ ਉਹਨੂੰ ਰਿਸਟੋਰ ਕਰਾਉਣ ਲਈ। ਪਰ ਉਹ ਰਿਸਟੋਰ ਲਈ ਫਿਰ ਵੱਖਰੀ ਫੀਸ ਲੱਗਣੀ ਹੈ। ਇਹ ਤੋਂ ਚੰਗਾ ਇਹ ਹੋਊਗਾ ਕਿ ਤੁਸੀਂ ਜਿੰਨੀ ਤਰੀਕ ਮਾਰਚ ਤੋਂ ਆਏ ਹੋ ਉਹ ਤੋਂ ਪਹਿਲਾਂ ਜਿਹੜੀ ਤਰੀਕ ਸੈਪਟੰਬਰ ਦੀ ਹੈਗੀ ਉਹ ਤੋਂ ਪਹਿਲਾਂ ਆਪਣੀ ਐਕਸਟੈਂਸ਼ਨ ਲਈ ਅਰਜ਼ੀ ਕਰ ਦਿਓ ਜੀ, ਤੇ ਉਹ ਤੁਹਾਨੂੰ ਅੱਗੇ ਪਰਮਿਸ਼ਨ ਮਿਲ ਜੂਗੀ। ਇਹਦੇ ਲਈ ਤੁਸੀਂ ਸਾਡੀ ਮਦਦ ਚਾਹੀਦੀ ਹੈ, ਸਾਡੇ ਆਫਿਸ ਨੂੰ ਵੀ ਕਾਲ ਕਰ ਸਕਦੇ ਹੋ ਜੀ। ਬਹੁਤ ਬਹੁਤ ਸ਼ੁਕਰੀਆ। 3 ਮਾਰਚ ਤੋਂ ਆਏ ਸੀ ਜੀ। ਹੈਲੋ ਹਾਂਜੀ 3 ਮਾਰਚ ਤੋਂ ਆਏ ਹੋ ਤਾਂ 2 ਸਤੰਬਰ ਤੋਂ ਪਹਿਲਾਂ ਤੁਹਾਡੀ ਅਰਜ਼ੀ ਇਮੀਗ੍ਰੇਸ਼ਨ ਮਹਿਕਮੇ ਕੋਲੇ ਹੋਣੀ ਚਾਹੀਦੀ ਹੈ ਜੀ। ਬਹੁਤ ਬਹੁਤ ਸ਼ੁਕਰੀਆ ਗੱਲ ਕਰਨ ਦੇ ਲਈ ਜੀ। ਸਰ ਅਸੀਂ ਗੱਲਬਾਤ ਕਰ ਸੀ ਸਪਾਊਸਲ ਕੇਸਿਸ ਜੀ। ਬਿਲਕੁਲ। ਸੋ ਜਿਹੜੇ ਟੈਂਪਰੇਰੀ ਰੈਜ਼ੀਡੈਂਟ ਪਰਮਿਟ ਹੈਗੇ ਨੇ, ਮੈਂ ਤੁਹਾਨੂੰ ਦੱਸ ਰਿਹਾ ਸੀ ਕਾਲ ਆਉਣ ਤੋਂ ਪਹਿਲਾਂ ਕਿ ਉਹਨਾਂ ਲੋਕਾਂ ਨੂੰ ਦਿੱਤੇ ਜਾ ਸਕਦੇ ਨੇ ਜਿਹੜੇ ਲੋਕ ਇਨਐਡਮਿਸਿਬਲ ਨੇ। ਇਨਐਡਮਿਸਿਬਲ ਦਾ ਮਤਲਬ ਹੈਗਾ ਨਾ ਦਾਖਲਾ ਯੋਗ। ਸੋ ਜੇ ਹਾਲੇ ਤੁਹਾਡੇ ਦਾਖਲੇ ਤੇ ਹੀ ਫੈਸਲਾ ਨਹੀਂ ਹੋਇਆ ਤਾਂ ਤੁਸੀਂ ਨਾ ਦਾਖਲਾ ਯੋਗ ਤਾਂ ਹੋ ਹੀ ਨਹੀਂ ਸਕਦੇ। ਸੋ ਟੈਕਨੀਕਲੀ ਤੁਹਾਨੂੰ ਟੈਂਪਰੇਰੀ ਰੈਜ਼ੀਡੈਂਟ ਪਰਮਿਟ ਕਿਵੇਂ ਮਿਲ ਸਕਦਾ ਹੈ ਜਿੰਨਾ ਚਿਰ ਇਹ ਫੈਸਲਾ ਹੀ ਨਹੀਂ ਹੋਇਆ ਹੈਗਾ। ਤੇ ਦੂਜੀ ਜਿਹੜੀ ਦੇਰੀ ਦੇ ਕਾਰਨ ਨੇ ਉਹ ਵੱਖੋ ਵੱਖਰੇ ਜਿਹੜੇ ਕਾਰਨ ਹੋ ਸਕਦੇ ਹੈਗੇ ਨੇ ਜੀ। ਤੇ ਇਹਦੇ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਇਹ ਵੀ ਗੱਲ ਨੂੰ ਹਾਈਲਾਈਟ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਨੇ ਆਪਣੇ ਮੈਂਬਰ ਆਫ ਪਾਰਲੀਮੈਂਟ ਦੇ ਦਫ਼ਤਰ ਦੇ ਵਿੱਚ ਵੀ ਜਾ ਕੇ ਗੱਲ ਇਹ ਕੀਤੀ ਤੇ ਉਹਨਾਂ ਦੇ ਮੈਂਬਰ ਆਫ ਪਾਰਲੀਮੈਂਟ ਨੂੰ ਇਹ ਗੱਲ ਦੱਸੀ ਤੇ ਮੈਂਬਰ ਆਫ ਪਾਰਲੀਮੈਂਟ ਨੇ ਇਮੀਗ੍ਰੇਸ਼ਨ ਮਹਿਕਮੇ ਤੱਕ ਵੀ ਇਹ ਗੱਲ ਪਹੁੰਚਾਈ, ਪਰ ਉਹਦਾ ਕੋਈ ਸਿੱਟਾ ਨਹੀਂ ਨਿਕਲਿਆ। ਜਿਹੜਾ ਮੈਂਬਰ ਆਫ ਪਾਰਲੀਮੈਂਟ ਹੈ ਜੀ ਉਹ ਕੋਈ ਲਾਅ ਦੇ ਵਿੱਚ ਇੰਟਰਫੇਰੈਂਸ ਤਾਂ ਨਹੀਂ ਕਰ ਸਕਦਾ ਹੈਗਾ। ਉਹ ਇਹ ਤਾਂ ਨਹੀਂ ਕਹਿ ਸਕਦਾ ਕਿ ਇਹਨੂੰ ਵੀਜ਼ਾ ਦੇ ਦਿਓ। ਸਮਟਾਈਮਸ ਇਹ ਵੀ ਹੁੰਦਾ ਕਿ ਬਹੁਤ ਇਹ ਵੀ ਪ੍ਰਚਲਨ ਹੁੰਦਾ ਕਿ ਐਮਪੀ ਦੀ ਲੈਟਰ ਤੇ ਲੈ ਲਈ ਜਾਵੇ, ਸ਼ਾਇਦ ਉਹਦੇ ਨਾਲ ਕੋਈ ਵੀਜ਼ਾ ਸਿਸਟਮ ਦੇ ਉੱਤੇ ਕੋਈ ਇਫੈਕਟ ਪੈਂਦਾ ਹੋਵੇ, ਛੇਤੀ ਵੀਜ਼ਾ ਮਿਲ ਜਾਂਦਾ। ਬਿਲਕੁਲ ਵੀ ਨਹੀਂ ਪੈ ਸਕਦਾ ਹੈਗਾ ਤਰਨ, ਕਿਉਂਕਿ ਟੈਕਨੀਕਲੀ ਉਹ ਇੱਕ ਅਨਡਿਊ ਇਨਫਲੂਐਂਸ ਹੋਊਗਾ ਕਿ ਜਿਹੜਾ ਆਫਿਸਰ ਹੈ ਉਹ ਇਹ ਗੱਲ ਕਹੇ ਐਮਪੀ ਦੀ ਚਿੱਠੀ ਆ ਗਈ ਹੁਣ ਇਹਨੂੰ ਮਨਜ਼ੂਰੀ ਦੇ ਦਿਓ, ਤੇ ਫਿਰ ਕਾਨੂੰਨ ਦਾ ਤਾਂ ਕੋਈ ਮਤਲਬ ਹੀ ਨਹੀਂ ਰਹਿ ਗਿਆ ਹੈਗਾ। ਜਿਹੜਾ ਐਮਪੀ ਉਹ ਇੱਕ ਰეკਮੈਂਡੇਸ਼ਨ ਕਰ ਸਕਦਾ ਕਿ ਮੈਂ ਬੰਦੇ ਨੂੰ ਜਾਣਦਾ ਜੀ, ਇਹਦੇ ਆਹ ਤੱਥ ਨੇ, ਉਹ ਕੋਈ ਵੀ ਬੰਦਾ ਜਾਣਦਾ ਹੋ ਸਕਦਾ ਹੈ। ਤੇ ਦੂਜਾ ਜਦੋਂ ਮੈਂਬਰ ਆਫ ਪਾਰਲੀਮੈਂਟ ਨਾਲ ਜਾ ਕੇ ਗੱਲ ਕਰਦੇ ਨੇ ਤੇ ਮੈਂਬਰ ਆਫ ਪਾਰਲੀਮੈਂਟ ਲਈ ਇੱਕ ਫੋਨ ਦੀ ਸਪੈਸ਼ਲ ਲਾਈਨ ਹੈਗੀ ਹੈ, ਬਸ ਸਿਰਫ ਫਰਕ ਇੰਨਾ ਹੀ ਹੈ ਕਿ ਜਦੋਂ ਆਪਾਂ ਇਮੀਗ੍ਰੇਸ਼ਨ ਨੂੰ ਕਾਲ ਕਰਦੇ ਹਾਂ ਪਰ ਬਹੁਤ ਟਾਈਮ ਵੇਟ ਕਰਨਾ ਪੈਂਦਾ, ਉਹਨੂੰ ਵੇਟ ਨਹੀਂ ਕਰਨਾ ਪੈਂਦਾ, ਉਹ ਜਦੇ ਗੱਲ ਕਰ ਸਕਦੇ ਆ। ਤੇ ਉਹ ਗੱਲ ਦਾ ਪਰ ਜਵਾਬ ਹੈ ਜਿਹੜਾ ਉਨਾ ਹੀ ਦਿੱਤਾ ਜਾਊਗਾ ਜੋ ਤੁਹਾਨੂੰ ਦਿੱਤਾ ਜਾਂਦਾ, ਉਹ ਤੋਂ ਵੱਧ ਨਹੀਂ ਦਿੱਤਾ ਜਾਊਗਾ। ਸੋ ਇਹ ਨਹੀਂ ਦੱਸਿਆ ਜੇ ਹੋਏਗਾ ਕਿ ਪ੍ਰੋਸੈਸ ਚੱਲ ਰਿਹਾ ਕੇਸ ਦੇ ਉੱਤੇ, ਉਹੀ ਜਵਾਬ ਮੈਂਬਰ ਆਫ ਪਾਰਲੀਮੈਂਟ ਨੂੰ ਦਿੱਤਾ ਜਾਊਗਾ ਦੇ ਕੇ ਵੀ ਪ੍ਰੋਸੈਸ ਚੱਲ ਰਿਹਾ। ਪਰ ਪ੍ਰੋਸੈਸ ਤਾਂ ਆਪਾਂ ਨੂੰ ਵੀ ਪਤਾ ਚੱਲ ਰਿਹਾ, ਜੇ ਕਿਸੇ ਨੇ 2016 ਚ ਕੇਸ ਲਾਇਆ ਤਾਂ ਉਹਦਾ 2020 ਤੱਕ ਪ੍ਰੋਸੈਸ ਚੱਲ ਰਿਹਾ, ਤਾਂ ਸਭ ਨੂੰ ਵੀ ਪਤਾ ਹੈ ਕਿ ਪ੍ਰੋਸੈਸ ਚੱਲ ਰਿਹਾ। ਪਰ ਉਹਦਾ ਕੇਸ ਹੋ ਕਿਉਂ ਨਹੀਂ ਰਿਹਾ, ਸਵਾਲ ਸਭ ਤੋਂ ਵੱਡਾ ਇਹ ਹੈ ਕਿ ਦੇਰੀ ਕਿਉਂ ਹੋ ਰਹੀ ਹੈ। ਸਭ ਤੋਂ ਵੱਡਾ ਸਵਾਲ ਹੈ ਜਿਹੜਾ ਉਹ ਇਹ ਹੈਗਾ। ਤੇ ਉਹਦੇ ਨਾਲ ਉਹਨਾਂ ਕਿਹਾ ਸੀ ਮੈਂਬਰ ਆਫ ਪਾਰਲੀਮੈਂਟ ਨਾਲ ਗੱਲ ਕੀਤੀ, ਪਰ ਮੈਂਬਰ ਆਫ ਪਾਰਲੀਮੈਂਟ ਕੋਈ ਅਨਡਿਊ ਇਨਫਲੂਐਂਸ ਤਾਂ ਕਰ ਨਹੀਂ ਸਕਦੇ, ਕਿਉਂਕਿ ਜਿਹੜਾ ਇਮੀਗ੍ਰੇਸ਼ਨ ਆਫਿਸਰ ਹੈ ਉਹ ਇੱਕ ਲਾਅ ਇਨਫੋਰਸਮੈਂਟ ਆਫਿਸਰ ਹੈ। ਲਾਅ ਇਨਫੋਰਸਮੈਂਟ ਆਫਿਸਰ ਦਾ ਇੱਕ ਆਪਦਾ ਮੈਂਡੇਟ ਹੈ। ਸੋ ਉਹਨੂੰ ਇਨਫਲੂਐਂਸ ਨਹੀਂ ਨਾ ਕੀਤਾ ਜਾ ਸਕਦਾ ਕਿ ਤੁਸੀਂ ਉਹਨੂੰ ਕਹਿ ਦਿਓ ਇਹਦਾ ਕੰਮ ਪਹਿਲਾਂ ਕਰਦੇ ਜਾਂ ਇਹਨੂੰ ਇਹ ਕੁਆਲੀਫਾਈ ਨਹੀਂ ਕਰਦਾ ਤੇ ਇਹਨੂੰ ਤੂੰ ਕੁਆਲੀਫਾਈ ਕਰਾ ਦੇ, ਇੱਦਾਂ ਤਾਂ ਪੋਸੀਬਿਲਿਟੀ ਨਹੀਂ ਜੀ। ਉਹਨੇ ਫੈਸਲਾ ਕਾਨੂੰਨ ਦੇ ਜੋ ਉਹਦੇ ਸਾਹਮਣੇ ਰਿਕੁਆਇਰਮੈਂਟ ਹੈ ਉਹ ਜੇ ਮੀਟ ਕਰਦਾ ਉਹਨੂੰ ਬੰਦਾ ਤਾਂ ਹੀ ਦਿੱਤੀ ਜਾਊਗੀ। ਸੋ ਲੋਕਾਂ ਨੇ ਆਪਦਾ ਗੁੱਸਾ ਜਿਹੜਾ ਮੈਂਬਰ ਆਫ ਪਾਰਲੀਮੈਂਟਸ ਤੇ ਵੀ ਇਹਨਾਂ ਮੁਜ਼ਾਹਰਿਆਂ 'ਚ ਕੱਢਿਆ ਕਿ ਉਹਨਾਂ ਨੇ ਮਦਦ ਨਹੀਂ ਕਰੀ, ਪਰ ਉਹ ਟੈਕਨੀਕਲੀ ਕੀ ਮਦਦ ਕਰ ਸਕਦੇ ਨੇ, ਉਹਨਾਂ ਦਾ ਕੋਈ ਰੋਲ ਉਹਦੇ 'ਚ ਨਹੀਂ ਹੈਗਾ। ਹੁਣ ਆਪਾਂ ਜਿਹੜਾ ਇਸ਼ੂ ਹੈਗਾ, ਮੇਨ ਕੋਰ ਇਸ਼ੂ ਸੀ ਇਹਨਾਂ ਪ੍ਰਦਰਸ਼ਨਾਂ ਦਾ, ਡੈਮੋਨਸਟ੍ਰੇਸ਼ਨਸ ਦਾ, ਉਹ ਇਹ ਸੀ ਕਿ ਕਿਉਂ ਇੰਨੀ ਦੇਰੀ ਕਿਉਂ ਹੋ ਰਹੀ ਹੈਗੀ ਹੈ। ਤੇ ਨਾਲ ਉਹ ਸੁਜੈਸ਼ਨ ਦਿੱਤੇ ਕਿ ਟੈਂਪਰੇਰੀ ਰੈਜ਼ੀਡੈਂਟ ਪਰਮਿਟ ਜਿਹੜਾ ਦਿੱਤਾ ਜਾਵੇ। ਹੁਣ ਦੇਰੀ ਹੋਣ ਦੇ ਬਹੁਤ ਸਾਰੇ ਕਾਰਨ ਨੇ ਜਿਹੜੇ ਹੋ ਸਕਦੇ ਆ ਤਰਨ। ਸੋ ਸਭ ਤੋਂ ਪਹਿਲਾਂ ਤਾਂ ਜੇ ਆਪਾਂ ਥੋੜਾ ਜਿਹਾ ਸਮੇਂ 'ਚ ਪਿੱਛੇ ਜਾਈਏ ਤਾਂ 25 ਸਤੰਬਰ 2012 ਨੂੰ ਕਾਨੂੰਨ ਦੇ ਵਿੱਚ ਇੱਕ ਤਬਦੀਲੀ ਜਿਹੜੀ ਕੀਤੀ ਗਈ, ਉਹ ਤਬਦੀਲੀ ਰੈਗੂਲੇਸ਼ਨ 4 ਦੇ ਵਿੱਚੋਂ ਸੀ। ਰੈਗੂਲੇਸ਼ਨ 4 ਹੈ ਜਿਹੜਾ ਉਹ ਸਭ ਤੋਂ ਪਹਿਲਾਂ ਜਦੋਂ ਪੁਰਾਣਾ ਕਾਨੂੰਨ ਸੀ 2012 ਤੋਂ ਪਹਿਲਾਂ, ਉਹ ਕਹਿੰਦਾ ਸੀ ਕਿ ਤੁਸੀਂ ਇਹ ਪ੍ਰੂਵ ਕਰਨਾ ਕਿ ਤੁਹਾਡਾ ਵਿਆਹ ਜੈਨੂਇਨ ਹੈ ਜਾਂ ਇਹ ਵਿਆਹ ਦਾ ਪਰਪਸ ਇਮੀਗ੍ਰੇਸ਼ਨ ਨਹੀਂ, ਸੋ ਵਰਡ ਸੀ ਔਰ।
ਹੁਣ ਕਾਨੂੰਨ ਹੈ ਜਿਹੜਾ 2012 ਤੋਂ ਬਾਅਦ ਦਾ, ਉਹ ਹੈਗਾ ਕਿ ਤੁਸੀਂ ਪ੍ਰੂਵ ਕਰਨਾ ਹੈ ਇਹ ਵਿਆਹ ਜੈਨੂਇਨ ਹੈ ਅਤੇ ਐਂਡ ਇਹ ਪ੍ਰੂਵ ਕਰਨਾ ਹੈ ਇਹਦਾ ਪਰਪਸ ਇਮੀਗ੍ਰੇਸ਼ਨ ਨਹੀਂ। ਸੋ ਪਹਿਲਾਂ ਇਹ ਇੱਕ ਪ੍ਰੋਂਗ ਟੈਸਟ ਸੀ, ਤੁਸੀਂ ਦੋਵਾਂ ਚੋਂ ਇੱਕ ਵੀ ਪ੍ਰੋਂਗ ਮੀਟ ਕਰ ਲਿਆ ਤਾਂ ਤੁਹਾਡੀ ਮਨਜ਼ੂਰੀ ਹੋ ਜਾਂਦੀ ਸੀ। 2012 ਤੋਂ ਇਹ 2 ਪ੍ਰੋਂਗ ਟੈਸਟ ਹੋ ਗਿਆ ਤੇ ਦੋਏ ਪ੍ਰੋਂਗਸ ਨੂੰ ਮੀਟ ਕਰਨਾ ਜ਼ਰੂਰੀ ਹੋ ਗਿਆ। ਸੋ ਜੇ ਤੁਸੀਂ ਇਕੱਲਾ ਇਹ ਮੀਟ ਕਰਿਆ ਕਿ ਵਿਆਹ ਜੈਨੂਇਨ ਹੈ ਪਰ ਇਹ ਨਾ ਪ੍ਰੂਵ ਕਰ ਪਾਏ ਕਿ ਇਹਦਾ ਪਰਪਸ ਇਮੀਗ੍ਰੇਸ਼ਨ ਨਹੀਂ, ਤਾਂ ਵੀ ਉਹ ਕੇਸ ਹੈ ਜਿਹੜਾ ਉਹ ਰਿਫਿਊਜ਼ ਹੋ ਜਾਊਗਾ। ਸੋ ਦੇਰੀ ਜਿਹੜੀ ਹੈਗੀ ਆ ਉਹ ਮੇਨ ਇਸ਼ੂਜ਼ ਕੀ ਹੈਗੇ ਨੇ ਦੇਰੀ ਦੇ? ਸਭ ਤੋਂ ਜ਼ਿਆਦਾ ਜਿਹੜੇ ਕੇਸਿਸ 'ਚ ਦੇਰੀ ਆਉਂਦੀ ਹੈ ਤਰਨ, ਉਹ ਹੈਗੇ ਨੇ ਉਹ ਕੇਸਿਸ ਜੇ ਅੰਦਰ ਐਕਟਿਵ ਇਨਵੈਸਟੀਗੇਸ਼ਨ ਹੈਗੇ ਨੇ ਤਾਂ ਫਿਰ ਉਹਨਾਂ ਨੂੰ ਪ੍ਰੋਸੈਸ ਦੇ ਉੱਤੇ ਰੋਕ ਲਾ ਦਿੱਤੀ ਜਾਂਦੀ ਹੈ। ਇਹ ਕਾਨੂੰਨ ਵੀ ਕੰਜ਼ਰਵੇਟਿਵ ਸਰਕਾਰ ਦੇ ਮੌਕੇ 'ਚ ਤਬਦੀਲ ਕੀਤਾ ਗਿਆ ਸੀਗਾ। ਸੋ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਸਪਾਂਸਰ ਤੇ ਹੋ ਸਕਦੀ ਹੈ। ਸੋ ਸਪਾਂਸਰ ਹੈ ਜਿਹੜਾ, ਮੰਨ ਲਓ ਇੱਥੇ ਵਿਆਹ ਕਰਵਾ ਕੇ ਕੈਨੇਡਾ ਆਇਆ ਸੀ, ਉਸ ਤੋਂ ਬਾਅਦ ਉਹਨੇ ਆ ਕੇ ਡਿਵੋਰਸ ਕਰ ਲਿਆ, ਡਿਵੋਰਸ ਕਰਨ ਤੋਂ ਬਾਅਦ ਉਹ ਦੁਬਾਰੇ ਵਿਆਹ ਕਰਾਉਣ ਜਾ ਰਿਹਾ ਹੈ। ਸੋ ਜਿਹੜਾ ਉਹਦਾ ਪਿਛਲਾ ਮਾਮਲਾ ਹੈ, ਜਿਹੜੇ ਮਾਮਲੇ ਕਰਕੇ ਉਹ ਕੈਨੇਡਾ ਵਿਆਹ ਕਰਵਾ ਕੇ ਆਇਆ ਸੀਗਾ, ਜੇ ਇਮੀਗ੍ਰੇਸ਼ਨ ਨੂੰ ਇਹ ਸ਼ੱਕ ਲੱਗਦਾ ਹੈ ਕਿ ਇਹਨੇ ਵਿਆਹ ਸਿਰਫ ਇਸ ਪਰਪਸ ਲਈ ਕਰਾਇਆ ਸੀ ਕਿ ਇਹਨੇ ਕੈਨੇਡਾ ਆਉਣਾ ਹੈ, ਤਾਂ ਟੈਕਨੀਕਲੀ ਉਹਨੇ ਮਿਸਰੈਪ੍ਰੈਜ਼ੈਂਟੇਸ਼ਨ ਕੀਤੀ ਸੀ, ਉਸ ਕੇਸ ਦੇ ਵਿੱਚੋਂ ਗਲਤ ਬਿਆਨੀ ਕੀਤੀ ਸੀ। ਇਹਦੇ ਬਾਰੇ ਗੱਲ ਕਰਾਂਗੇ ਜੀ। ਇੱਕ ਦਰਸ਼ਕ ਹੋਰ ਜੁੜ ਚੁੱਕੇ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਹਾਂਜੀ ਮੈਮ, ਅਸੀਂ ਬਰੈਂਪਟਨ ਚ ਬੋਲ ਰਹੇ ਹਾਂ ਜੀ। ਜੀ ਮੈਮ, ਕੀ ਸਵਾਲ ਹੈ ਤੁਹਾਡਾ? ਹਾਂਜੀ ਜੀ, ਮੈਂ ਖਹਿਰਾ ਸਾਹਿਬ ਨੂੰ ਪੁੱਛਣਾ ਸੀਗਾ ਵੀ ਮੈਂ ਪਹਿਲਾਂ ਵੀ 1-2 ਵਾਰੀ ਕਾਲ ਕੀਤੀ ਆਪਣੇ ਲਾਈਵ ਸ਼ੋਅ 'ਚ, ਤੇ ਖਹਿਰਾ ਸਾਹਿਬ ਨੇ ਨਾ ਸਮਝ ਲੈਂਦੇ ਵੀ ਸਾਡੀ ਸੈਕੰਡ ਮੈਰਿਜ ਹੈ, ਮੇਰੇ ਸਪਾਊਸ ਕੇਸ ਮੇਰੇ ਹਸਬੈਂਡ ਦਾ ਲਾਇਆ ਹੋਇਆ ਵਾ, ਤੇ ਸਾਡਾ ਕੋਈ ਡਿਵੋਰਸ ਦਾ ਚੱਕਰ ਨਹੀਂ, ਕੋਈ ਸਾਡੀ ਸੈਕੰਡ ਮੈਰਿਜ ਨਹੀਂ ਗੀ। ਤੇ ਮੇਰੇ ਹਸਬੈਂਡ ਦਾ ਟਰੈਵਲ ਦਾ ਥੋੜਾ ਜਿਹਾ ਸੀਗਾ, ਉਹਨਾਂ ਨੇ ਟਰੈਵਲ ਅਸੀਂ MP ਦੀ ਵੀ ਲੈਟਰ ਪਵਾਈ ਸੀਗੀ, ਤੇ ਉਹਨਾਂ ਨੇ ਸਾਰੇ ਟਰੈਵਲ ਦੇ ਪੇਪਰ ਅਸੀਂ MP ਦੇ ਥਰੂ ਮੇਲ ਕਰਵਾਏ ਸੀ ਉਹਨਾਂ ਨੂੰ ਜੀ। ਤੇ ਹਾਂਜੀ, ਉਹਨਾਂ 6 ਮੰਥ ਬਾਅਦ ਉਹਨਾਂ ਨੇ MP ਨੂੰ ਕੀਤਾ ਸੀਗਾ ਵੀ ਤੁਹਾਡਾ ਸਾਰਾ ਟਰੈਵਲ ਦਾ ਕਲੀਅਰ ਆ, ਤੇ ਫਿਰ ਬਾਅਦ ਚ ਉਹਨਾਂ ਨੇ ਮੈਡੀਕਲ ਮੰਗਿਆ ਸੀ ਸਾਡੇ ਤੋਂ। ਤੇ ਹਾਂਜੀ, ਤੇ ਮੈਡੀਕਲ ਉਹਨਾਂ ਨੇ ਫਰਵਰੀ ਚ ਮੰਗਿਆ ਸੀ, ਇਸ ਤੋਂ ਬਾਅਦ ਕੁਛ ਨਹੀਂ, ਸਾਡੀ 2018 ਦੀ ਫਾਈਲ ਲੱਗੀ ਹੋਈ ਆ ਜੀ। ਹਾਂਜੀ, ਮੈਂ ਇਹ ਮਾਮਲੇ ਤੇ ਆ ਰਿਹਾ ਸੀ। ਇੱਕ ਕਾਰਨ ਇਹ ਹੈਗਾ, ਉਹ ਆਪਾਂ ਅਗਲੇ ਕਾਰਨ ਤੇ ਗੱਲ ਕਰਾਂਗੇ। ਆਨਸਰ ਸੁਣ ਸਕਦੇ ਹੋ ਜੀ, ਤੁਹਾਡੇ ਕੇਸ ਬਾਰੇ ਵੀ ਡਿਸਕਸ਼ਨ ਕੀਤੀ ਜਾਏਗੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਲਿਓ। ਸ਼ੁਕਰੀਆ ਕਾਲ ਕਰਨ ਲਈ। ਠੀਕ ਹੈ ਜੀ, ਥੈਂਕ ਯੂ ਜੀ। ਸੋ ਬਿਲਕੁਲ ਕਾਲਰ ਨੇ ਜਿਹੜਾ ਟਰੈਵਲ ਦਾ ਇਸ਼ੂ ਰੇਜ਼ ਕੀਤਾ, ਇਹ ਕੰਸਰਨ ਹੈਗੇ। ਮੈਂ ਅੱਗੇ ਜਾ ਕੇ ਵਨ ਆਫ ਦ ਰੀਜ਼ਨਸ ਮਿਸਰੈਪ੍ਰੈਜ਼ੈਂਟੇਸ਼ਨ ਦੇ ਪਹਿਲਾਂ ਆਪਾਂ ਮਿਸਰੈਪ੍ਰੈਜ਼ੈਂਟੇਸ਼ਨ ਦੀ ਗੱਲ ਕਰ ਰਹੇ ਸੀ। ਸੋ ਮਿਸਰੈਪ੍ਰੈਜ਼ੈਂਟੇਸ਼ਨ ਦੇ ਉੱਤੇ ਜਿਹੜਾ ਸਪਾਂਸਰ ਹੈਗਾ ਉਹ ਕੈਨੇਡੀਅਨ ਸਿਟੀਜ਼ਨ ਜਾਂ ਪਰਮਨੈਂਟ ਰੈਜ਼ੀਡੈਂਟ ਹੋਣਾ ਜ਼ਰੂਰੀ ਹੈ। ਹੁਣ ਜੇ ਉਹਦਾ ਖੁਦ ਦੀ ਇਮੀਗ੍ਰੇਸ਼ਨ ਸਟੇਟਸ ਦੇ ਉੱਤੇ ਸਵਾਲ ਹੈ ਤੇ ਉਹ ਕੱਲ ਨੂੰ ਉਹਨੂੰ ਦੇਸ਼ ਨਿਕਾਲਾ ਕੀਤਾ ਜਾ ਸਕਦਾ ਹੈ, ਤਾਂ ਫਿਰ ਉਹ ਦੂਜੇ ਦੀ ਐਪਲੀਕੇਸ਼ਨ ਉਹਨਾਂ ਚਿਰ ਪ੍ਰੋਸੈਸ ਨਹੀਂ ਕੀਤੀ ਜਾਊਗੀ। ਇਹ ਪਹਿਲਾਂ ਕਾਨੂੰਨ ਨਹੀਂ ਹੁੰਦਾ ਸੀ ਕਿ ਤੁਸੀਂ ਇੱਕ ਐਪਲੀਕੇਸ਼ਨ ਤੇ ਰੋਕ ਲਾ ਦਿਓ ਜਿੰਨਾ ਚਿਰ ਦੂਜੀ ਤੇ ਫੈਸਲਾ ਨਹੀਂ ਕਰਦੇ, ਪਰ ਇਹ ਕੰਜ਼ਰਵੇਟਿਵਸ ਨੇ ਇਹ ਕਾਨੂੰਨ 'ਚ ਤਬਦੀਲੀ ਕਰਤੀ ਕਿ ਜੇਕਰ ਅਰਜ਼ੀ ਦੇ ਉੱਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ, ਜਿਹੜੀਆਂ ਉਹਦਾ ਸਬਸੀਕੁਐਂਟ ਅਰਜ਼ੀਆਂ ਨੇ ਕੋਈ ਸਪਾਂਸਰਸ਼ਿਪ ਨੇ, ਉਹਨਾਂ ਤੇ ਵੀ ਰੋਕ ਹੈ ਜਿਹੜੀ ਨਾਲ ਦੀ ਨਾਲ ਲੱਗ ਜਾਏ। ਪਹਿਲਾਂ ਕਾਨੂੰਨ ਨਹੀਂ ਹੁੰਦਾ ਸੀ, ਉਹ ਜੇ ਇਨਵੈਸਟੀਗੇਸ਼ਨ ਚੱਲ ਵੀ ਰਹੀ ਸੀ ਤਾਂ ਵੀ ਕੇਸ ਪ੍ਰੋਸੈਸ ਹੁੰਦਾ ਰਹਿੰਦਾ ਸੀ, ਪਰ ਇਹ ਬਾਅਦ 'ਚੋਂ ਇਹ ਰੋਕ ਲਾਤੀ। ਸੋ ਇੱਕ ਮੇਜਰ ਕਾਰਨ ਬਣਿਆ ਜਿਹੜਾ ਦੇਰੀ ਹੋਣ ਦੇ ਵਿੱਚੋਂ। ਹੁਣ ਦੇਰੀ ਜਦੋਂ ਇਨਵੈਸਟੀਗੇਸ਼ਨ ਹੈ, ਉਹ ਇਨਵੈਸਟੀਗੇਸ਼ਨ ਇੱਕ ਲੰਬਾ ਪ੍ਰੋਸੀਜਰ ਹੋ ਜਾਂਦਾ ਕਈ ਵਾਰੀ। ਸੋ ਇਨਵੈਸਟੀਗੇਸ਼ਨ ਦੇ ਉੱਤੇ ਜੇ ਤੁਸੀਂ ਉਸ ਤੋਂ ਪਹਿਲਾਂ ਪੱਖ ਜਾਣਿਆ ਜਾਂਦਾ ਕਿ ਸਾਨੂੰ ਆਹ ਗੱਲ ਦੀ ਜਾਣਕਾਰੀ ਮਿਲੀ ਹੈ ਤੇ ਤੂੰ ਆਪਣਾ ਪੱਖ ਹੈ ਜਿਹੜਾ ਉਹ ਦੱਸ। ਜੇ ਤਾਂ ਤੁਸੀਂ ਆਪਣਾ ਪੱਖ ਸਪਸ਼ਟ ਕਰ ਦਿੰਦੇ ਹੋ ਕਿ ਕਿਹੜੇ ਕਾਰਨਾਂ ਕਰਕੇ ਤੁਸੀਂ ਵੱਖੋ ਵੱਖਰੇ ਹੋਏ ਸੀ, ਉਹਦੇ 'ਚ ਜਿਹੜੇ ਮੇਜਰ ਡਾਕੂਮੈਂਟਸ ਰੋਲ ਪਲੇ ਕਰਦੇ ਨੇ, ਉਹ ਸਭ ਤੋਂ ਪਹਿਲਾਂ ਤਾਂ ਤੁਹਾਡਾ ਡਿਵੋਰਸ ਦਾ ਐਪਲੀਕੇਸ਼ਨ ਹੈ ਕਿ ਤੁਸੀਂ ਡਿਵੋਰਸ ਕਰਨ ਵੇਲੇ ਕੀ ਦੱਸਿਆ ਸੀ। ਤੁਸੀਂ ਉੱਥੇ ਕੋਰਟ ਨੂੰ ਦੱਸਿਆ ਕਿ ਇੰਨੀ ਤਰੀਕ ਤੋਂ ਵੱਖਰੇ ਰਹਿ ਰਹੇ ਆ, ਹੋਰ ਕੁਝ ਦੱਸਿਆ ਨਹੀਂ, ਤੇ ਇਹਦਾ ਮਤਲਬ ਹੁਣ ਤੁਸੀਂ ਨਵੀਂ ਗੱਲ ਨਹੀਂ ਨਾ ਲਿਆ ਸਕਦੇ। ਜੇ ਕੋਈ ਡੋਮੈਸਟਿਕ ਵਾਇਲੈਂਸ ਦਾ ਇਸ਼ੂ ਹੋਇਆ ਤਾਂ ਇਨਸੀਡੈਂਟਸ ਰਿਪੋਰਟ ਹੋ ਸਕਦੀ ਹੈ ਜਿਹੜੀ ਪੁਲਿਸ ਨੇ ਜੇ ਉਹ ਐਡਰੈਸ ਨੂੰ ਅਟੈਂਡ ਵੀ ਕੀਤਾ ਸੀ ਤਾਂ ਵੀ ਪੁਲਿਸ ਨੇ ਰਿਪੋਰਟ ਲਿਖਣੀ ਜ਼ਰੂਰੀ ਹੁੰਦੀ ਹੈ। ਕੋਈ ਐਡਰੈਸ ਤੇ ਗਏ ਸੀ ਤੇ ਕੀ ਹੋਇਆ ਸੀ ਜੇ ਕਾਲ ਹੋਈ ਹੈ, ਚਾਹੇ ਕਿਸੇ ਨੂੰ ਚਾਰਜ ਕੀਤਾ ਚਾਹੇ ਨਹੀਂ ਕੀਤਾ, ਤਾਂ ਵੀ ਉਹ ਐਡਰੈਸ ਨੂੰ ਅਟੈਂਡ ਕਰਨ ਦੀ ਰਿਪੋਰਟ ਜ਼ਰੂਰ ਹੁੰਦੀ ਹੈ। ਸੋ ਉਹ ਵੀ ਸਹਾਈ ਹੋ ਸਕਦੀ ਹੈ। ਸੋ ਉਹ ਜੇ ਤਾਂ ਆਪਣਾ ਪੱਖ ਜਾਣ ਕੇ ਇਮੀਗ੍ਰੇਸ਼ਨ ਆਫਿਸਰ ਇਹ ਗੱਲ ਨੂੰ ਮੰਨ ਲੈਂਦਾ ਹੈ ਕਿ ਹਾਂ ਇਹ ਬੰਦੇ ਨੇ ਇਹ ਜਾਣਬੁੱਝ ਕੇ ਨਹੀਂ ਕੀਤਾ, ਫਿਰ ਤਾਂ ਉਹ ਮਾਮਲੇ ਨੂੰ ਉੱਥੇ ਖਤਮ ਕਰ ਦਿੰਦੇ ਨੇ ਤੇ ਤੁਸੀਂ ਜਿਹੜਾ ਤੁਹਾਡੇ ਤੇ ਕੋਈ ਮਾਮਲਾ ਰੇਜ਼ ਨਹੀਂ ਕੀਤਾ ਜਾਂਦਾ ਤੇ ਉਹ ਅਰਜ਼ੀ ਅੱਗੇ ਪ੍ਰੋਸੈਸ ਹੋ ਜਾਂਦੀ ਹੈ। ਪਰ ਇਹ ਕਰਦੇ ਕਰਾਉਂਦਿਆਂ ਨੂੰ ਵੀ ਕਈ ਵਾਰੀ 1 ਸਾਲ ਜਾਂ 2 ਸਾਲ ਦਾ ਸਮਾਂ ਲੱਗ ਜਾਂਦਾ ਤੇ ਦੂਜੇ ਬੰਦੇ ਦੀ ਅਰਜ਼ੀ ਉਹਨਾਂ ਚਿਰ ਰੁਕੀ ਰਹਿੰਦੀ ਹੈ ਜੀ। ਦੂਜਾ, ਜੇ ਇਹ ਮਾਮਲੇ ਤੇ ਉਹ ਆਪਣਾ ਪੱਖ ਹੈ ਜਿਹੜਾ ਉਹਨੂੰ ਨਹੀਂ ਮੰਨਦੇ ਹੈਗੇ,
ਤਾਂ ਫਿਰ ਉਹ ਆਪਣੇ ਖਿਲਾਫ ਰਿਪੋਰਟ ਲਿਖ ਦਿੰਦੇ ਆ। ਜੇ ਰਿਪੋਰਟ ਲਿਖਦੇ ਆ ਤਾਂ ਫਿਰ ਉਹ ਆਫ ਕੋਰਸ ਇੱਕ ਜੱਜ ਦੇ ਮੂਹਰੇ ਜਾਣੀ ਹੈ। ਉਹ ਜਿਹੜਾ ਕੋਰਟ ਆ ਉਹਨੂੰ ਇਮੀਗ੍ਰੇਸ਼ਨ ਡਿਵੀਜ਼ਨ ਆਖਿਆ ਜਾਂਦਾ। ਇਮੀਗ੍ਰੇਸ਼ਨ ਡਿਵੀਜ਼ਨ ਦੇ ਵਿੱਚੋਂ ਜਿਹੜਾ ਜੱਜ ਹੈ ਉਹਨੇ ਦੋਹਾਂ ਪੱਖਾਂ ਨੂੰ ਦੇਖ ਕੇ ਇਹ ਫੈਸਲਾ ਕਰਨਾ ਹੈ ਕਿ ਇਹ ਰਿਪੋਰਟ ਸਹੀ ਹੈ ਜਾਂ ਗਲਤ ਹੈ। ਜੇ ਉਹ ਪਾਉਂਦਾ ਹੈ ਰਿਪੋਰਟ ਸਹੀ ਹੈ ਤਾਂ ਉਹ ਰਿਮੂਵਲ ਆਰਡਰ ਇਸ਼ੂ ਕਰ ਦਿੰਦਾ, ਦੇਸ਼ ਨਿਕਾਲੇ ਦਾ ਆਰਡਰ ਇਸ਼ੂ ਹੋ ਜਾਂਦਾ। ਹੁਣ ਜੇ ਬੰਦੇ ਦੇ ਖਿਲਾਫ ਦੇਸ਼ ਨਿਕਾਲੇ ਦਾ ਆਰਡਰ ਇਸ਼ੂ ਹੋ ਗਿਆ ਤਾਂ ਫਿਰ ਉਹ ਦੂਜੇ ਨੂੰ ਕਿਵੇਂ ਸਪਾਂਸਰ ਕਰ ਸਕਦਾ? ਇਹਦੇ ਬਾਰੇ ਗੱਲ ਕਰਾਂਗੇ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਅਸੀਂ ਜੀ ਅਲਵਾਟਾ ਤੋਂ ਬੋਲਦੇ ਹਾਂ ਜੀ। ਜੀ ਸਰ ਦੱਸੋ ਕੀ? ਮੈਂ ਇੱਕ ਪੁੱਛਣਾ ਸੀ ਜੀ ਕੁਐਸਚਨ ਵੀ ਸਾਡੇ ਨਾ ਲੜਕੇ ਨੇ ਯੂਰਪ ਤੋਂ ਆਉਣਾ, ਯੂਰਪ ਦਾ ਉਹ ਸਿਟੀ ਜਾਣਾ ਜੀ ਸਪੇਨ ਦਾ। ਉਹ ਇੱਥੇ ਆ ਕੇ ਉਹਨੂੰ ਕੀ ਗਵਰਨਮੈਂਟ ਵੱਲੋਂ ਪਰਮਿਸ਼ਨ ਮਿਲ ਸਕਦੀ ਆ ਕੰਮ ਕਰਨ ਦੀ ਇੰਟਰਨੈਸ਼ਨਲ ਤੌਰ ਤੇ, ਜਾਂ ਉਹਨੂੰ ਸਾਡੇ ਕੰਪਨੀ ਦਾ ਆਪਦੇ ਦਾ ਉਹਨੂੰ ਐਲਐਮਓ ਲਾਉਣੀ ਪਊ, ਜਾਂ ਉਹਦਾ ਪਰਮਿਸ਼ਨ ਉਹਨੂੰ ਮਿਲ ਸਕਦੀ ਆ ਸਾਲ ਦੀ ਜਾਂ 2 ਸਾਲ ਦੀ ਕੰਮ ਕਰਨ ਲਈ ਆਉਂਦਿਆਂ ਦੀ? ਜੀ ਬਿਲਕੁਲ ਸਰ, ਕੁਝ ਪੁੱਛਣਾ ਜਾਂ ਆਪਾਂ ਨਹੀਂ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਸੋ ਪਹਿਲਾਂ ਆਪਾਂ ਜੋ ਕੱਲ ਚੱਲ ਰਹੀ ਸੀ ਉਹਦਾ ਜਵਾਬ ਦੇ ਕੇ ਇਹਨਾਂ ਦਾ ਜਵਾਬ ਬਾਅਦ ਚ ਦੇ ਦਿੰਦੇ ਆ ਜੀ। ਸੋ ਜੇ ਉਹ ਜੱਜ ਫਾਈਂਡ ਆਊਟ ਕਰਦਾ ਹੈ ਕਿ ਇਹ ਰਿਪੋਰਟ ਸਹੀ ਨਹੀਂ ਤਾਂ ਉਹ ਫੇਵਰੇਬਲ ਡਿਸੀਜਨ ਦੇ ਦਿੰਦਾ ਤਾਂ ਤੁਹਾਡਾ ਕੇਸ ਅੱਗੇ ਚੱਲ ਜਾਂਦਾ। ਜੇ ਤੁਹਾਡੇ ਖਿਲਾਫ ਦੇਸ਼ ਨਿਕਾਲੇ ਦਾ ਆਰਡਰ ਹੋ ਗਿਆ, ਰਿਮੂਵਲ ਆਰਡਰ ਹੋ ਗਿਆ, ਤਾਂ ਤੁਸੀਂ ਉਹਨੂੰ ਅਪੀਲ ਕਰ ਸਕਦੇ ਹੋ ਇਮੀਗ੍ਰੇਸ਼ਨ ਅਪੀਲ ਡਿਵੀਜ਼ਨ ਦੇ ਵਿੱਚੋਂ। ਉੱਥੇ ਜੱਜ ਨੇ ਇਕੱਲਾ ਇਹ ਨਹੀਂ ਦੇਖਣਾ ਕਿ ਰਿਪੋਰਟ ਸਹੀ ਹੈ ਜਾਂ ਗਲਤ ਹੈ, ਉਹਨੇ ਹਿਊਮੈਨਿਟੇਰੀਅਨ ਫੈਕਟਰਸ ਨੂੰ ਵੀ ਦੇਖਣਾ ਹੈ। ਸੋ ਇਹ ਜੇ ਇਹ ਸਾਰਾ ਪ੍ਰੋਸੈਸ ਚੱਲੇ ਇਹਨੂੰ ਤਾਂ ਕਈ ਵਾਰੀ 5-5 6-6 ਸਾਲ ਵੀ ਲੱਗ ਜਾਂਦੇ ਆ। ਇਹੀ ਮੇਜਰ ਕਾਰਨ ਹੈਗਾ ਪਿਛਲੇ ਸਮੇਂ ਚੋਂ ਦੇਰੀ ਹੋਣ ਦਾ। ਤੇ ਲੋਕਾਂ ਨੂੰ ਯੂਜੂਅਲੀ ਇਨਵੈਸਟੀਗੇਸ਼ਨ ਬਾਰੇ ਪਤਾ ਹੋਣ ਨੂੰ ਵੀ ਕਈ ਵਾਰੀ 2-2 ਸਾਲ ਦਾ ਸਮਾਂ ਲੱਗ ਜਾਂਦਾ ਕਿ ਉਹਦਾ ਕੇਸ ਹੈ ਜਿਹੜਾ ਉਹ ਰੁਕਿਆ ਹੈਗਾ। ਤੋ ਦੂਜਾ, ਜਿਵੇਂ ਕਾਲਰ ਨੇ ਪਹਿਲਾਂ ਕਾਲ ਕੀਤਾ ਸੀ, ਟਰੈਵਲ, ਇਹ ਇੱਕ ਬਹੁਤ ਵੱਡਾ ਕਾਰਨ ਹੈਗਾ ਜਿਹੜਾ ਤੁਹਾਡੇ ਕੇਸ ਨੂੰ ਡਿਲੇ ਕਰਾ ਸਕਦਾ। ਤੁਸੀਂ ਮਲਟੀਪਲ ਜਿਹੜੇ ਲੋਕੇਸ਼ਨਸ ਦੇ ਵਿੱਚੋਂ ਡਿਫਰੈਂਟ ਕੰਟਰੀਜ਼ ਦੇ ਵਿੱਚ ਗਏ ਹੋ, ਲਾਅ ਰਿਕੁਆਇਰ ਕਰਦਾ ਹੈ ਕਿ ਜਿਹੜੇ ਦੇਸ਼ 'ਚ ਤੁਸੀਂ 6 ਮਹੀਨੇ ਤੋਂ ਵੱਧ ਦਾ ਸਮਾਂ ਗੁਜ਼ਾਰਿਆ, 18 ਸਾਲ ਦੀ ਉਮਰ ਤੋਂ ਬਾਅਦ 'ਚ, ਉਹਦੀ ਤੁਹਾਨੂੰ ਪੁਲਿਸ ਕਲੀਅਰੈਂਸ ਹੈ ਜਿਹੜੀ ਉਹ ਲੈਣੀ ਪੈਣੀ ਹੈ। ਜੇ ਪਰ ਇਮੀਗ੍ਰੇਸ਼ਨ ਆਫਿਸਰ ਦਾ ਇਹ ਡਿਸਕ੍ਰੈਸ਼ਨ ਵੀ ਹੈਗਾ ਕਿ ਚਾਹੇ ਤੁਸੀਂ 4 ਦਿਨਾਂ ਲਈ ਵੀ ਕਿਸੇ ਮੁਲਕ 'ਚ ਗਏ ਹੋ, ਉਹਦੀ ਪੁਲਿਸ ਕਲੀਅਰੈਂਸ ਵੀ ਤੁਹਾਤੋਂ ਮੰਗ ਸਕਦਾ ਹੈਗਾ। ਤੇ ਦੂਜਾ, ਜੇ ਤੁਸੀਂ ਉਹ ਮੁਲਕਾਂ ਚੋਂ ਬਿਨਾਂ ਇਜਾਜ਼ਤ ਤੇ ਟਰੈਵਲ ਕਰਿਆ, ਕਈ ਵਾਰੀ ਲੋਕ ਹੁੰਦੇ ਨੇ ਉਹ ਬਿਨਾਂ ਵੀਜ਼ੇ ਦੇ ਬਾਰਡਰ ਕ੍ਰਾਸ ਕਰਕੇ ਲੀਗਲ ਵੇਸ ਨਾਲ ਜਾਂਦੇ ਨੇ, ਉਹ ਵੀ ਤੁਹਾਡੇ ਉੱਤੇ ਅਸਰ ਹੈ ਜਿਹੜੀ ਗੱਲ ਆਉਂਦੀ ਹੈਗੀ ਹੈ। ਤੇ ਦੂਜੀ, ਜੇ ਤੁਸੀਂ ਇੱਕ ਮੁਲਕ 'ਚ ਗਏ ਹੋ ਤੇ ਕੈਨੇਡਾ ਦਾ ਉਸ ਮੁਲਕ ਨਾਲ ਸਮਝੌਤਾ ਹੈਗਾ ਫੋਰਨ ਨੈਸ਼ਨਲਸ ਦੀ ਇਨਫੋਰਮੇਸ਼ਨ ਸ਼ੇਅਰ ਕਰਨ ਦਾ, ਤਾਂ ਜਿੰਨਾ ਚਿਰ ਉਸ ਮੁਲਕ ਤੋਂ ਸਿਕਿਉਰਿਟੀ ਕਲੀਅਰੈਂਸ ਨਹੀਂ ਮਿਲੂਗਾ ਉਹਨਾਂ ਚਿਰ ਵੀ ਤੁਹਾਡਾ ਕੇਸ ਹੈ ਜਿਹੜਾ ਉਹ ਰੁਕਿਆ ਰਹੂਗਾ। ਖਾਸ ਕਰਕੇ ਜਦੋਂ ਯੂਨਾਈਟਿਡ ਸਟੇਟਸ ਤੇ ਅਟੈਕ ਹੋਇਆ 9/11 ਦੇ ਵਿੱਚੋਂ, ਉਸ ਤੋਂ ਬਾਅਦ 5 ਮੁਲਕਾਂ ਨੇ 5 ਆਈਜ਼ ਇੱਕ ਸਿਕਿਉਰਿਟੀ ਨੈਟਵਰਕ ਤਿਆਰ ਕੀਤਾ। ਉਹ 5 ਮੁਲਕਾਂ ਦੇ ਵਿੱਚੋਂ ਕੈਨੇਡਾ, ਯੂਨਾਈਟਿਡ ਸਟੇਟਸ, ਯੂਨਾਈਟਿਡ ਕਿੰਗਡਮ, ਨਿਊਜ਼ੀਲੈਂਡ ਤੇ ਆਸਟ੍ਰੇਲੀਆ ਸੀ। ਇਹ 5 ਮੁਲਕ ਜਦੋਂ ਵੀ ਕੋਈ ਫੋਰਨ ਨੈਸ਼ਨਲ ਇੱਕ ਦੂਜੇ ਮੁਲਕ 'ਚ ਗਿਆ ਤਾਂ ਉਹਦੀ ਇਨਫੋਰਮੇਸ਼ਨ ਸ਼ੇਅਰ ਕਰਦੇ ਹੈਗੇ ਆ, ਤੇ ਉਹਦੇ ਲਈ ਉਹਨੂੰ ਕੋਈ ਵੱਖਰੀ ਪਰਮਿਸ਼ਨ ਲੈਣ ਦੀ ਜ਼ਰੂਰਤ। ਸਿਟੀਜ਼ਨਸ ਦੀ ਇਨਫੋਰਮੇਸ਼ਨ ਨਹੀਂ ਸ਼ੇਅਰ ਕਰਨਗੇ, ਫੋਰਨ ਨੈਸ਼ਨਲਸ ਦੀ ਇਨਫੋਰਮੇਸ਼ਨ ਸ਼ੇਅਰ ਕਰਨਗੇ। ਹੁਣ ਫੋਰਨ ਨੈਸ਼ਨਲਸ ਦੀ ਜਦੋਂ ਇਨਫੋਰਮੇਸ਼ਨ ਸ਼ੇਅਰ ਕਰਦੇ ਆ ਤੇ ਕਈ ਵਾਰੀ, ਖਾਸ ਕਰਕੇ ਜੇ ਆਪਾਂ ਪੰਜਾਬੀ ਸਿੱਖ ਨਾਵਾਂ ਦੀ ਗੱਲ ਕਰੀਏ ਤਾਂ ਬਹੁਤੇ ਨਾਂ ਕਈ ਵਾਰੀ ਸਿੰਘ ਤੇ ਕੌਰ ਹੁੰਦੇ ਆ ਜੀ, ਤੇ ਸਿੰਘ ਕੌਰ ਹੋਣ ਕਰਕੇ ਤੇ ਡੇਟ ਆਫ ਬਰਥ ਵੀ ਕਈ ਵਾਰੀ ਸੇਮ ਹੁੰਦੀ ਆ। ਉਹਦੇ ਨਾਲ ਤੁਹਾਡਾ ਨਾਂ ਕਿਸੇ ਹੋਰ ਨਾਲ ਮੈਚ ਤੇ ਡੇਟ ਆਫ ਬਰਥ ਵੀ ਕਿਸੇ ਹੋਰ ਨਾਲ ਮੈਚ ਹੋ ਜਾਂਦੀ ਹੈ। ਜਦੋਂ ਹੋ ਜਾਂਦੀ ਹੈ ਤੇ ਦੂਜਾ ਮੁਲਕ ਹੈ ਜਿੰਨਾ ਚਿਰ ਉਹ ਕਲੀਅਰੈਂਸ ਨਹੀਂ ਦਿੰਦਾ ਉਹਨਾਂ ਚਿਰ ਉਹ ਤੁਹਾਡੀ ਦੇਰੀ ਹੈ ਜਿਹੜੀ ਉਹ ਪਰਸਿਸਟ ਕਰਦੀ ਰਹਿੰਦੀ ਹੈਗੀ ਹੈ। ਤੇ ਦੂਜਾ ਇਹੋ ਜਿਹਾ ਕੋਈ ਤਰੀਕਾ ਨਹੀਂ ਕਿ ਦੂਜੇ ਮੁਲਕ ਤੋਂ ਤੁਸੀਂ ਕਲੀਅਰੈਂਸ ਲੈ ਕੇ ਦੇ ਦਿਓ। ਹਾਂ, ਤੁਸੀਂ ਆਪਣੇ ਐਫਰਟ ਕਰ ਸਕਦੇ ਹੋ, ਮੈਂ ਅੱਗੇ ਜਾ ਕੇ ਤੁਹਾਨੂੰ ਦੱਸਾਂ ਕੀ ਐਫਰਟ ਕਰ ਸਕਦੇ, ਪਰ ਕਿਸੇ ਨੂੰ ਫੋਰਸ ਨਹੀਂ ਕਰ ਸਕਦੇ ਵੀ ਤੂੰ ਮੈਨੂੰ ਇਹਦੀ ਕਲੀਅਰੈਂਸ ਦੇ ਜਾਂ ਨਾ ਦੇ। ਇੱਕ ਦੂਜੀ ਇਹਦੇ ਨਾਲ, ਹਾਂਜੀ ਠੀਕ ਹੈ, ਆਪਾਂ ਇੱਕ ਕਾਲਰ ਹੋਰ ਲੈ ਲਈਏ। ਹੈਲੋ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ। ਹਾਂਜੀ ਸਰ, ਕੀ ਸਵਾਲ ਹੈ? ਮੈਂ ਸਭ ਤੋਂ ਪੁੱਛਣਾ ਸੀ ਕਿ ਵੀਐਫਐਸ ਆਪਣੇ ਬੰਦ ਹੋਏ ਇੰਡੀਆ 'ਚ, ਇਸ ਸਾਲ ਦੇ ਐਂਡ ਤੱਕ ਖੁੱਲ ਸਕਦੇ ਜਾਂ ਇਹ ਕੋਈ ਉਮੀਦ ਨਹੀਂ ਹੈਗੀ? ਮੈਂ ਆਪਣੇ ਮਤਲਬ ਦਾ ਸੁਪਰ ਵੀਜ਼ਾ ਅਪਲਾਈ ਕਰਨਾ ਹੈ, ਜੋ ਬਾਇਓਮੈਟ੍ਰਿਕ ਹੁੰਦੀ ਹੈ, ਤੇ ਉਹ ਇਸ ਸਾਲ 'ਚ ਖੁੱਲੂਗੇ ਜਾਂ ਅਗਲੇ ਸਾਲ ਤੱਕ ਖੁੱਲ ਸਕਦੇ? ਸਭ ਤੋਂ ਪੁੱਛੋ ਜੀ। ਬਿਲਕੁਲ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਰ। ਸੋ ਹਾਲੇ VFS ਤੇ ਕੋਈ ਅਪਡੇਟ ਨਹੀਂ ਆਇਆ ਹੈਗਾ ਜੀ। ਦੂਜਾ, ਤੁਸੀਂ ਐਪਲੀਕੇਸ਼ਨ ਕਰ ਸਕਦੇ ਹੋ
ਤੇ ਐਪਲੀਕੇਸ਼ਨ ਕਰਕੇ ਉਹ ਜੋ ਬਾਇਓਮੈਟ੍ਰਿਕ ਦੀ ਰਿਕੁਆਇਰਮੈਂਟ ਹੋਊਗੀ ਉਹ ਤੁਹਾਨੂੰ ਚਿੱਠੀ ਆ ਜਾਊਗੀ ਤੇ ਉਸ ਤੋਂ ਬਾਅਦ ਤੁਹਾਨੂੰ ਸੁਝਾਅ ਦੇਣਗੇ ਕਿ ਅੱਗੇ ਕਰਨਾ, ਪਰ ਉਹ ਇਸ ਸਾਲ ਜਾਂ ਅਗਲੇ ਸਾਲ ਉਹਦੇ 'ਚ ਕੋਈ ਹਾਲੇ ਇਨਫੋਰਮੇਸ਼ਨ ਨਹੀਂ ਹੈਗੀ ਹੈ। ਪਰ ਤੁਸੀਂ ਐਪਲੀਕੇਸ਼ਨ ਕਰ ਸਕਦੇ ਹੋ, ਉਹਦੇ ਲਈ ਐਪਲੀਕੇਸ਼ਨ ਆਲਰੇਡੀ ਖੁੱਲ੍ਹਾ ਹੈਗਾ। ਇਹਦੇ ਨਾਲ ਨਾਲ ਇੱਕ ਹੋਰ ਮੇਜਰ ਕਾਰਨ ਜੋ ਬਣਦਾ ਹੈਗਾ ਦੇਰੀ ਦਾ, ਉਹ ਹੈਗੀ ਇਨਵੈਸਟੀਗੇਸ਼ਨ ਜਿਹੜਾ ਇੰਡੀਵਿਜੂਅਲ ਆ ਰਿਹਾ ਹੈ ਉੱਥੋਂ। ਜੇ ਕਿਸੇ ਨੇ ਸ਼ਿਕਾਇਤ ਕਰਤੀ, ਕੋਈ ਸ਼ਿਕਾਇਤ ਕਰਤੀ ਕਿ ਇਹ ਇੰਡੀਵਿਜੂਅਲ ਦਾ ਜਿਹੜਾ ਵਿਆਹ ਹੈਗਾ ਇਹ ਝੂਠਾ ਵਿਆਹ ਹੈਗਾ, ਇਹਨੇ ਇੰਨੇ ਪੈਸੇ ਲੈ ਕੇ ਵਿਆਹ ਕੀਤਾ, ਇਹ ਵੀ ਇੱਕ ਬਹੁਤ ਵੱਡਾ ਕਾਰਨ ਹੈ ਜਿਹੜਾ ਬਣਦਾ ਹੈਗਾ। ਸੋ ਜਿੰਨਾ ਚਿਰ ਇਮੀਗ੍ਰੇਸ਼ਨ ਮਹਿਕਮਾ ਉਸ ਚਿੱਠੀ ਦੇ ਉੱਤੇ ਇਨਵੈਸਟੀਗੇਸ਼ਨ ਨਹੀਂ ਕਰ ਲੈਂਦਾ, ਉਹਨਾਂ ਚਿਰ ਕਈ ਵਾਰੀ ਤੁਹਾਡਾ ਕੇਸ ਹੈ ਜਿਹੜਾ ਉਹ ਰੁਕਿਆ ਰਹਿੰਦਾ ਹੈਗਾ। ਉਹਦੇ ਲਈ ਜੇ ਫੀਲਡ ਇਨਵੈਸਟੀਗੇਸ਼ਨ ਦੀ ਜ਼ਰੂਰਤ ਹੋਵੇ, ਫੀਲਡ ਇਨਵੈਸਟੀਗੇਸ਼ਨ ਦਾ ਮਤਲਬ ਹੈ ਕਿ ਬੰਦੇ ਨੇ ਜਾ ਕੇ ਪਤਾ ਕਰਨਾ ਹੈ, ਤਾਂ ਉਹ ਹੋਰ ਵੀ ਦੇਰੀ ਹੈ ਜਿਹੜੀ ਉਹ ਹੋ ਸਕਦੀ ਹੈਗੀ ਹੈ। ਤੇ ਜਿਹੜੀ ਚਿੱਠੀ ਹੈਗੀ ਹੈ ਜੇ ਕਿਸੇ ਨੇ ਪਾਤੀ ਤੇ ਤੁਹਾਨੂੰ ਇਹਦੀ ਕੋਈ ਜਾਣਕਾਰੀ ਨਹੀਂ ਦਿੱਤੀ ਜਾਊਗੀ, ਕਿਉਂਕਿ ਵਿਟਨੈਸ ਪ੍ਰੋਟੈਕਸ਼ਨ ਦੇ ਥੱਲੇ ਉਸ ਬੰਦੇ ਦਾ ਨਾਮ ਡਿਸਕਲੋਜ਼ ਨਹੀਂ ਕੀਤਾ ਜਾਊਗਾ। ਹਾਂ, ਇਹ ਪਤਾ ਲੱਗ ਜੂਗਾ ਕਿ ਕੋਈ ਇਨਵੈਸਟੀਗੇਸ਼ਨ ਹੋ ਰਹੀ ਹੈ, ਪਰ ਕੀ ਹੋ ਰਿਹਾ ਹੈ ਨਹੀਂ ਜਾਣਕਾਰੀ ਨਹੀਂ ਪਤਾ ਚੱਲੂਗੀ। ਇੱਕ ਕਾਲਰ ਹੋ ਚੁੱਕੇ ਨੇ, ਉਹਨਾਂ ਦੀ ਪਹਿਲਾਂ ਕਾਲ ਲੈ ਲਈਏ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਹਾਂਜੀ ਇਟਲੀ ਤੋਂ ਬੋਲ ਰਹੇ ਜੀ। ਜੀ ਸਰ, ਕੀ ਸਵਾਲ ਹੈ ਤੁਹਾਡਾ? ਇਹ ਪੁੱਛਣਾ ਸੀਗਾ ਟੂਰਿਸਟ ਵੀਜ਼ਾ ਕਦ ਤੱਕ ਓਪਨ ਹੋ ਰਿਹਾ ਜੀ? ਟੂਰਿਸਟ ਵੀਜ਼ਾ, ਜੀ ਸਰ ਕੁਝ ਕਹਿਣਾ ਚਾਹੁੰਦੇ ਹੋ ਜਾਂ ਆਪਾਂ ਆਨਸਰ ਦਈਏ? ਹਾਂਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਰ। 9 ਜੂਨ ਤੋਂ ਇਹ ਐਪਲੀਕੇਸ਼ਨਸ ਲੈਣੀਆਂ ਸ਼ੁਰੂ ਹੋ ਚੁੱਕੀਆਂ ਨੇ ਜੀ, 1 ਜੁਲਾਈ ਤੋਂ ਪ੍ਰੋਸੈਸ ਕਰਨੀਆਂ ਵੀ ਸ਼ੁਰੂ ਕਰਤੀਆਂ ਨੇ। ਸੋ ਜੇ ਕਿਸੇ ਨੇ ਵਿਜ਼ਿਟਰ ਵੀਜ਼ਾ ਜਾਂ ਟੂਰਿਸਟ ਵੀਜ਼ਾ ਅਪਲਾਈ ਕਰਨਾ, ਉਹ ਜ਼ਰੂਰ ਕਰ ਸਕਦੇ ਨੇ ਜੀ ਹਫ਼ਤਾ। ਪਰ ਜੇ ਉਹਨਾਂ ਨੂੰ ਵੀਜ਼ਾ ਮਿਲ ਵੀ ਜਾਂਦਾ ਤਾਂ ਵੀ ਟਰੈਵਲ ਰਿਸਟ੍ਰਿਕਸ਼ਨਸ ਨੇ, ਉਹ ਹਾਲੇ ਫਿਲਹਾਲ 31 ਅਗਸਤ ਤੱਕ ਹੈਗੀਆਂ ਨੇ। ਤੋ ਉਹ ਆਪਾਂ ਨੂੰ ਪਤਾ ਲੱਗੂਗਾ ਕਿ ਉਹ 31 ਅਗਸਤ ਤੋਂ ਬਾਅਦ ਖੁੱਲਣਗੀਆਂ ਜਾਂ ਨਹੀਂ ਖੁੱਲਣਗੀਆਂ, ਪਰ ਵੀਜ਼ਾ ਲਈ ਐਪਲੀਕੇਸ਼ਨ ਹਾਲੇ ਵੀ ਖੁੱਲੀ ਹੈਗੀ ਜੀ। ਬਿਲਕੁਲ। ਤੇ ਸਰ ਅਸੀਂ ਗੱਲਬਾਤ ਕਰ ਰਹੇ ਸੀ, ਤੁਸੀਂ ਦੱਸ ਰਹੇ ਸੀਗੇ ਕਿ ਮੈਰਿਜਸ ਨੂੰ ਲੈ ਕੇ ਕਈ ਵਾਰੀ ਕੰਪਲੇਂਟਸ ਆ ਜਾਂਦੀਆਂ ਨੇ, ਇਹਦੇ ਬਾਰੇ ਗੱਲ ਕਰਾਂਗੇ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਹਾਂਜੀ, ਮੈਂ ਬ੍ਰੈਂਪਟਨ ਤੋਂ ਬੋਲ ਰਹੀ ਹਾਂ ਜੀ ਮੈਮ, ਦੱਸੋ ਕੀ ਸਵਾਲ ਹੈ? ਹਾਂਜੀ, ਮੇਰਾ ਕੁਐਸਚਨ ਸੀ ਕਿ ਮੈਂ ਜਨਵਰੀ ਇਨਟੇਕ 'ਚ ਐਜ਼ ਅ ਸਟੂਡੈਂਟ ਵੀਜ਼ਾ ਆਈ ਹਾਂ, ਤਾਂ ਮੈਂ 1 ਸਾਲ ਦੀ ਸਟੱਡੀ ਆਪਣੀ ਫਿਨਿਸ਼ ਕਰ ਲਈ, ਹੁਣ ਅਗਸਤ ਵਿੱਚ ਹੋ ਜੂਗੀ, ਤਾਂ ਮੈਂ ਆਪਣੇ ਸਪਾਊਸ ਵੀਜ਼ਾ ਲਗਾ ਸਕਦੀ ਕਿ ਉਹ ਪ੍ਰੋਸੈਸਿੰਗ 'ਚ ਹੈ ਹੁਣ ਕਿ ਨਹੀਂ? ਜੀ ਸਰ, ਤੁਸੀਂ ਕੁਝ ਪੁੱਛਣਾ ਜਾਂ ਆਨਸਰ ਦਈਏ? ਨਹੀਂ, ਆਪਾਂ ਆਨਸਰ ਦੇ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਸਰ। ਜਿਹੜਾ C42 ਐਗਜ਼ੈਂਪਸ਼ਨ ਹੈਗਾ ਜੀ, ਉਹਦੇ ਲਈ ਤੁਸੀਂ ਸਟੂਡੈਂਟ ਚਾਹੀਦੇ ਹੋ 6 ਮਹੀਨੇ ਤੱਕ। ਤੋ ਜੇ ਅਗਸਤ 'ਚ ਪੜ੍ਹਾਈ ਖਤਮ ਹੋ ਰਹੀ ਹੈ ਤਾਂ ਅਗਸਤ ਤਾਂ ਆਲਰੇਡੀ ਆ ਚੁੱਕਿਆ ਹੈ, ਸੋ ਐਲੀਜੀਬਲ ਨਹੀਂ ਹੈਗੇ ਅੰਟਿਲ ਅਨਲੈਸ ਉਹ ਨਵਾਂ ਪ੍ਰੋਗਰਾਮ ਹੈ ਜਿਹੜਾ ਉਹ ਨਹੀਂ ਲੈ ਲੈਂਦੇ, ਤੇ ਉਹਦੇ 'ਚੋਂ ਘੱਟੋ ਘੱਟ 6 ਮਹੀਨੇ ਦਾ ਸਮਾਂ ਬਚਦਾ ਹੋਣਾ ਚਾਹੀਦਾ, ਤਾਂ ਹੀ ਐਪਲੀਕੇਸ਼ਨ ਹੈ ਜਿਹੜੀ ਕਰ ਸਕਦੇ ਹੋ। ਜਾਂ ਫਿਰ ਜੇ ਤੁਸੀਂ ਵਰਕ ਪਰਮਿਟ ਲੈ ਲਓਗੇ, ਜਦੋਂ ਵਰਕ ਪਰਮਿਟ ਤੁਹਾਨੂੰ ਮਿਲ ਜੂਗਾ ਉਸ ਤੋਂ ਬਾਅਦ ਜੇ ਤੁਸੀਂ BNOC ਦੀ ਜੌਬ ਕਰਦੇ ਹੋਵੋਗੇ ਤੁਸੀਂ ਤਾਂ ਹੀ ਘੱਟੋ ਘੱਟ ਐਪਲੀਕੇਸ਼ਨ ਕਰ ਸਕਦੇ ਹੋਵੋਗੇ। ਪਰ ਜੇ ਤੁਹਾਡੀ ਪੜ੍ਹਾਈ ਹੁਣ ਅਗਸਤ 'ਚ ਖਤਮ ਹੋ ਰਹੀ ਹੈ ਤਾਂ ਫਿਰ ਜਿਹੜੀ ਉਹ ਐਪਲੀਕੇਸ਼ਨ ਹੈ ਉਹ ਐਲੀਜੀਬਲ ਨਹੀਂ ਹੈਗੇ ਹੋ ਤੁਸੀਂ ਐਪਲੀਕੇਸ਼ਨ ਕਰਨ ਨੂੰ, ਕਿਉਂਕਿ 6 ਮਹੀਨੇ ਦਾ ਘੱਟੋ ਘੱਟ ਤੁਹਾਡਾ ਜਿਹੜਾ ਪਰਮਿਟ ਹੈ ਉਹ ਬਚਦਾ ਹੋਣਾ ਚਾਹੀਦਾ ਜੀ। ਤੇ ਤੁਸੀਂ ਐਨਰੋਲਡ ਵੀ ਹੋਣੇ ਚਾਹੀਦੇ ਹੋ। ਜੇ ਅਗਸਤ ਪੜ੍ਹਾਈ ਖਤਮ ਹੋ ਗਈ ਤਾਂ ਤੁਸੀਂ ਤਾਂ ਐਨਰੋਲਡ ਨਹੀਂ ਰਹਿਣਾ ਹੈਗਾ ਜੀ। ਸਰ ਜਿਵੇਂ ਜਿਸ ਅਕੋਰਡਿੰਗ, ਜਿਵੇਂ ਇਹਨਾਂ ਨੇ ਕਿਹਾ 1 ਸਾਲ ਦਾ 2 ਸਾਲ ਦਾ ਇਹਨਾਂ ਦਾ ਡਿਪਲੋਮਾ ਜਾਂ ਡਿਗਰੀ ਹੈਗਾ ਆ, ਸਾਲ ਦਾ ਇੱਕ ਕੰਪਲੀਟ ਕਰਨ ਤੋਂ ਬਾਅਦ ਹੁਣ ਜਿਵੇਂ 2-4 ਮਹੀਨੇ ਦਾ ਉਹਨਾਂ ਦਾ ਗੈਪ ਹੋਏਗਾ, ਤਾਂ ਇਸ ਦੌਰਾਨ ਵੀ ਨਹੀਂ ਕਰ ਸਕਦੇ ਕਿਉਂਕਿ ਸਟੱਡੀ ਪਰਮਿਟ ਤਾਂ ਅਜੇ ਚੱਲ ਰਿਹਾ, ਬਟ ਐਨਰੋਲ ਨਹੀਂ ਹਜੇ ਹੈਗੇ। ਜੇ ਸਕੈਜੂਅਲ ਬ੍ਰੇਕ ਹੈਗਾ ਤੁਰਨ ਫਿਰ ਜ਼ਰੂਰ ਕਰ ਸਕਦੇ ਨੇ, ਪਰ ਜੇ ਉਹ ਅਨਸਕੈਜੂਅਲ ਬ੍ਰੇਕ ਆ, ਉਹ ਮਨਮਰਜ਼ੀ ਨਾਲ ਸਕੂਲ ਛੱਡਤਾ ਤੇ ਫਿਰ ਨਹੀਂ ਕਰ ਸਕਦੇ। ਹੁਣ ਜੇ ਅਗਸਤ ਪ੍ਰੋਗਰਾਮ ਉਹਨਾਂ ਦਾ ਇੱਕ ਸਮੈਸਟਰ ਖਤਮ ਹੋ ਰਿਹਾ, ਉਹ ਤੋਂ ਬਾਅਦ ਅਗਲਾ ਸਮੈਸਟਰ ਉਹ ਸ਼ੁਰੂ ਹੋ ਰਿਹਾ ਜਨਵਰੀ ਚੋਂ, ਤਾਂ ਸਕੈਜੂਅਲਡ ਬ੍ਰੇਕ ਹੈ ਤਾਂ ਬਿਲਕੁਲ ਐਨਰੋਲ ਕਰ ਸਕਦੇ। ਬਿਲਕੁਲ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਕਿੱਥੋਂ ਬੋਲ ਰਹੇ ਹੋ? ਮੈਂ ਬ੍ਰੈਂਪਟਨ ਤੋਂ ਬੋਲ ਰਿਹਾ ਸਿੱਠੀ ਜੀ। ਅਸੀਂ ਇੱਥੇ ਟੂਰਿਸਟ ਵੀਜ਼ੇ ਤੇ ਆਏ ਹੋਏ ਜੀ। ਤੇ ਉਹ ਸਾਡੀ ਜਿਹੜੀ ਸਟੇ ਹੈਗਾ ਸੀ, ਉਹ ਸਾਨੂੰ ਸਾਲ ਦੀ ਐਕਸਟੈਂਸ਼ਨ ਮਿਲੀ ਹੋਈ ਸੀਗੀ, ਉਹ ਅਗਸਤ 'ਚ ਖਤਮ ਹੈ ਲਾਸਟ ਤੇ ਜੀ। ਜੀ ਸਰ, ਕਿ ਸਵਾਲ ਕੀ ਹੈ ਤੁਹਾਡਾ? ਜੀ ਸਰ, ਤੁਹਾਡਾ ਸਵਾਲ ਕੀ ਹੈ? ਮੇਰਾ ਸਵਾਲ ਹੈ ਜੀ, ਸਾਡੀ ਜਿਹੜੀ ਐਪਲੀਕੇਸ਼ਨ ਲੱਗੀ ਹੋਈ ਹੈ ਉਹਦੇ 'ਚ ਪੇਰੈਂਟ ਗ੍ਰੈਂਡ ਪੇਰੈਂਟ ਤੇ ਜਿਹੜੀ 2019 ਦੇ ਵਿਚਕਾਰ, ਉਹਦੇ ਵਿਚਕਾਰ ਸਾਨੂੰ ਨੰਬਰ ਆਇਆ ਜੀ, ਉਹਦਾ ਐਪਲੀਕੇਸ਼ਨ ਨੰਬਰ ਆਇਆ ਹੋਇਆ। ਤਾਂ ਸਾਨੂੰ ਇਹ ਪੁੱਛਣਾ ਸੀ ਵੀ ਜੇ ਸਾਡਾ ਐਪਲੀਕੇਸ਼ਨ ਨੰਬਰ ਆਇਆ, ਜਦੋਂ ਵੀ ਅਸੀਂ ਉਹਦੇ ਤੇ ਲਿਖਦੇ ਹਾਂ ਪ੍ਰੋਸੈਸਿੰਗ ਆ ਜਾਂਦੀ ਹੈ, ਪ੍ਰੋਸੈਸ ਹੋ ਰਹੀ ਹੈ। ਹੁਣ ਸਾਨੂੰ ਇਸ ਐਕਸਟੈਂਸ਼ਨ ਵਾਸਤੇ ਦੁਬਾਰਾ ਅਪਲਾਈ ਕਰਨਾ ਪਏਗਾ ਸਟੇ ਵਾਸਤੇ, ਜਾਂ ਉਹ ਐਜ਼ ਇਟ ਇਜ਼ ਚੱਲ ਸਕਦੀ ਹੈ ਉਹਦੀ ਪ੍ਰੋਸੈਸਿੰਗ?
ਜੀ ਸਰ ਕੁਝ ਪੁੱਛਣਾ ਜਾਂ ਨਹੀਂ। ਸਕਦੇ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ sir। ਬਿਲਕੁਲ ਐਪਲੀਕੇਸ਼ਨ ਕਰਨੀ ਪੈਣੀ ਜੀ ਐਕਸਟੈਂਸ਼ਨ ਲਈ, ਕਿਉਂਕਿ ਜਿਹੜਾ ਤੁਸੀਂ ਰਹਿ ਰਹੇ ਹੋ ਐਜ਼ ਅ ਟੈਂਪਰੇਰੀ ਰੈਜ਼ੀਡੈਂਟ ਰਹਿ ਰਹੇ ਹੋ ਤੇ ਤੁਹਾਨੂੰ ਅਗਸਤ 'ਚ ਖਤਮ ਹੋ ਰਿਹਾ ਤਾਂ ਤੁਹਾਨੂੰ ਐਕਸਟੈਂਸ਼ਨ ਕਰਨੀ ਜ਼ਰੂਰੀ ਹੈ। ਜਿਹੜਾ ਸਪਾਂਸਰਸ਼ਿਪ ਵਾਲਾ ਕੇਸ ਆ ਉਹ ਪਰਮਾਨੈਂਟ ਰੈਜ਼ੀਡੈਂਸ ਦਾ ਕੇਸ ਆ, ਉਹ ਵੱਖਰੇ ਤੌਰ ਤੇ ਕੇਸ ਹੈ। ਜੇ 2019 ਚ ਅਪਲਾਈ ਕਰਿਆ ਤੁਹਾਡਾ ਘੱਟੋ ਘੱਟ 22-23 ਤੋਂ ਪਹਿਲਾਂ ਉਹਦੀ ਕੋਈ ਵਾਰੀ ਆਉਣ ਦੇ ਚਾਂਸਸ ਨਹੀਂ ਹੈਗੇ, ਮੇ ਵੀ 24 ਚ ਆਉਣ ਜੀ, ਕਿਉਂਕਿ ਜਿਹੜੀਆਂ ਪਿਛਲੀਆਂ ਐਪਲੀਕੇਸ਼ਨਸ ਨੇ ਉਹੀ ਪ੍ਰੋਸੈਸ ਹੋ ਰਹੀਆਂ ਨੇ ਤੇ ਆਹ ਸਮੇਂ ਦੌਰਾਨ ਜਿਹੜਾ ਕੋਈ ਵੀ ਐਪਲੀਕੇਸ਼ਨ ਉਹ ਪ੍ਰੋਸੈਸ ਨਹੀਂ ਹੋ ਰਹੀ। ਸੋ ਜਿਹੜਾ ਤੁਸੀਂ ਇੱਥੇ ਰਹਿਣਾ ਹੈ ਐਜ਼ ਅ ਵਿਜ਼ਿਟਰ ਉਹਦੇ ਲਈ ਤੁਹਾਨੂੰ ਐਕਸਟੈਂਸ਼ਨ ਕਰਨਾ ਬਹੁਤ ਜ਼ਰੂਰੀ ਹੈ। ਤੇ ਦੂਜਾ ਹਾਂ ਐਕਸਟੈਂਸ਼ਨ ਜ਼ਰੂਰ ਦੇ ਦਿੱਤੀ ਗਈ ਹੈ ਕਿ 31 ਦਸੰਬਰ ਤੱਕ ਤੁਸੀਂ ਰੈਸਟੋਰੇਸ਼ਨ ਨਾਲ ਅਪਲਾਈ ਕਰ ਸਕਦੇ ਹੋ, ਪਰ ਉਹਦੇ ਲਈ ਤੁਹਾਨੂੰ $200 ਐਕਸਟਰਾ ਫੀ ਦੇਣੀ ਪੈਣੀ ਹੈ। ਇਹ ਤੋਂ ਚੰਗਾ ਹੈਗਾ ਕਿ ਜਦੋਂ ਖਤਮ ਹੋ ਰਿਹਾ ਉਹ ਤੋਂ ਪਹਿਲਾਂ ਕਰ ਲਓ ਤਾਂ ਕਿ ਤੁਹਾਡੇ $200 ਨੇ ਜਿਹੜੇ ਉਹ ਬਚ ਜਾਣਗੇ ਜੀ ਸਰ। ਅਸੀਂ ਗੱਲ ਕਰ ਰਹੇ ਸੀ ਆਪਾਂ ਸਟੂਡੈਂਟ ਸਪਾਊਸ ਵੀਜ਼ਾ ਦੇ ਬਾਰੇ। ਬਿਲਕੁਲ ਜੀ। ਸੋ ਉਹਦੇ ਤੇ ਇਹਦੇ ਨਾਲ ਇੱਕ ਮੇਜਰ ਜਿਹੜਾ ਹੋਰ ਕਾਰਨ ਹੈਗਾ ਉਹ ਡਿਲੇ ਦਾ ਹੈਗਾ ਕਿ ਐਪਲੀਕੇਸ਼ਨ ਜਿਹੜਾ ਆਫਿਸਰ ਨੇ ਹੀ ਨਹੀਂ ਪ੍ਰੋਸੈਸ ਕੀਤੀ। ਇਹੋ ਜਿਹੇ ਬਹੁਤ ਸਾਰੇ ਕੇਸਿਸ ਮੈਂ ਤੁਹਾਨੂੰ ਦੇਖੇ ਨੇ ਕਿ ਜਿਹੜੀ ਫਾਈਲ ਮਿਸਿਸ ਸਾਗਾ ਨੇ ਦਿੱਲੀ ਟ੍ਰਾਂਸਫਰ ਕਰਤੀ, ਉਹ ਤੋਂ ਬਾਅਦ ਦਿੱਲੀ ਆਫਿਸਰ ਨੇ ਉਹਤੇ ਨੋਟ ਪਾਉਣਾ ਭੁੱਲ ਗਿਆ ਜਾਂ ਉਹਨੂੰ ਅੱਗੇ ਪ੍ਰੋਸੈਸ ਹੀ ਨਹੀਂ ਕੀਤਾ। ਇੱਕ ਕੇਸ ਦੇ ਵਿੱਚੋਂ ਤਾਂ ਇਹ ਦੇਖਿਆ ਕਿ ਮਿਸਿਸ ਸਾਗਾ ਨੇ ਦਿੱਲੀ ਫਾਈਲ ਟ੍ਰਾਂਸਫਰ ਕੀਤੀ ਤੇ ਦਿੱਲੀ ਫਾਈਲ ਪਹੁੰਚੀ ਹੀ ਨਹੀਂ ਤੇ ਉਹਦੇ ਤੇ ਸਮਾਂ ਬਹੁਤ ਜ਼ਿਆਦਾ ਹੋ ਗਿਆ। ਇੱਕ ਕੇਸ ਦੇ ਵਿੱਚੋਂ ਇੱਕ ਆਫਿਸਰ ਨੇ ਉਹ ਫਾਈਲ ਪ੍ਰੋਸੈਸ ਕਰਨ ਲਈ ਉਸ ਤੋਂ ਬਾਅਦ ਆਫਿਸਰ ਦੀ ਬਦਲੀ ਹੋ ਗਈ ਤੇ ਉਹ ਫਾਈਲ ਦੁਬਾਰੇ ਕਦੇ ਪ੍ਰੋਸੈਸ 'ਚ ਆਈ ਹੋਈ। ਸੋ ਉਹ ਇਮੀਗ੍ਰੇਸ਼ਨ ਮਾਮਲੇ ਵੱਲੋਂ ਜਿਹੜੀਆਂ ਊਣਤਾਈਆਂ ਜਾਂ ਗਲਤੀਆਂ ਨੇ, ਪਰ ਜਿੰਨਾ ਚਿਰ ਆਪਾਂ ਉਹ ਚੀਜ਼ ਨੂੰ ਸਾਹਮਣੇ ਹੀ ਨਹੀਂ ਲਿਆਵਾਂਗੇ ਉਹਨਾਂ ਚਿਰ ਆਪਾਂ ਨੂੰ ਨਹੀਂ ਪਤਾ ਚੱਲੂਗਾ। ਕੋਈ ਮੇਜਰ ਕਾਰਨ, ਇਹ ਤੋਂ ਇਲਾਵਾ ਹੋਰ ਵੀ ਬਹੁਤ ਕਾਰਨ ਹੋ ਸਕਦੇ ਨੇ। ਤੁਹਾਡਾ ਕਿਸੇ ਟੈਰਰਿਸਟ ਗਰੁੱਪ ਦੇ ਨਾਲ ਇਨਵੋਲਵਡ ਹੋਣਾ, ਤੁਹਾਡਾ ਕੋਈ ਇਹੋ ਜਿਹੀ ਆਰਗੇਨਾਈਜੇਸ਼ਨ ਤੇ ਇਨਵੋਲਵ ਹੋਣਾ ਜਿਹੜੀ ਹਿਊਮਨ ਰਾਈਟ ਵਾਇਓਲੇਸ਼ਨ ਦੇ ਵਿੱਚ ਇਨਵੋਲਵਡ ਹੈ। ਹੁਣ ਜੇ ਕੋਈ ਪੰਜਾਬ ਪੁਲਿਸ ਦੇ ਵਿੱਚੋਂ 92 ਤੋਂ ਪਹਿਲਾਂ ਕੰਮ ਕੀਤਾ, ਇੰਡੀਅਨ ਆਰਮੀ ਦੇ ਵਿੱਚੋਂ ਇਨਸਰਜੈਂਸੀ ਦੇ ਵਿੱਚੋਂ ਕੰਮ ਕੀਤਾ, ਜੇ ਉਹ ਏਰੀਆਸ ਤੁਸੀਂ ਚਾਹੇ ਗਵਰਨਮੈਂਟ ਆਫ ਇੰਡੀਆ ਦੇ EMPLOYE ਸੀ, ਪਰ ਜੇ ਤੁਸੀਂ ਇਹੋ ਜਿਹੀ ਕਿਸੇ ਆਰਗੇਨਾਈਜੇਸ਼ਨ ਦਾ ਹਿੱਸਾ ਸੀ ਜਿੱਤੇ ਇਲਜ਼ਾਮ ਲੱਗੇ ਨੇ ਕਿ ਉਹ ਹਿਊਮਨ ਰਾਈਟ ਵਾਇਓਲੇਸ਼ਨ ਉਹਨਾਂ ਨੇ ਕੀਤੀ ਹੈ, ਤਾਂ ਵੀ ਤੁਹਾਨੂੰ ਜਿਹੜੀ ਐਪਲੀਕੇਸ਼ਨ ਪ੍ਰੋਸੈਸਿੰਗ 'ਚ ਦੇਰੀ ਆਊਗੀ, ਕਿਉਂਕਿ ਪਹਿਲਾਂ ਇਹ ਗੱਲ ਦੇਖੀ ਜਾਊਗੀ ਕਿ ਤੁਸੀਂ ਹਿਊਮਨ ਰਾਈਟ ਵਾਇਓਲੇਸ਼ਨ ਤਾਂ ਨਹੀਂ ਕੀਤੀ, ਉਹਦੇ ਲਈ ਇੱਕ ਵੱਖਰਾ ਜਿਹੜਾ ਪ੍ਰੋਸੀਜਰ ਆ ਉਹ ਕੀਤਾ ਜਾਊਗਾ। ਸਰ ਇਹਨਾਂ ਦੇ ਜਿਵੇਂ ਕੇਸਿਸ ਦੇ ਵਿੱਚ ਡਿਲੇ ਹੁੰਦੇ ਆ, ਤੁਸੀਂ ਅਲੱਗ-ਅਲੱਗ ਕਾਰਨ ਦੱਸੇ ਆ ਕਿ ਜਦੋਂ ਤੁਸੀਂ ਆਪਣੀ ਐਪਲੀਕੇਸ਼ਨ ਨੂੰ ਜਦੋਂ ਟਰੈਕ ਕਰਦੇ ਹੋ ਉਹਦੇ ਵਿੱਚ ਲਿਖਿਆ ਹੁੰਦਾ ਕਿ ਤੁਹਾਡੀ ਐਪਲੀਕੇਸ਼ਨ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਜਾਂ ਫਿਰ ਉਹਦੇ ਪ੍ਰੋਸੈਸਿੰਗ ਦੇ ਵਿੱਚ ਹੈਗੀ ਆ? ਜਿਹੜਾ ਆਨਲਾਈਨ ਸਿਸਟਮ ਹੈਗਾ ਜਿਹਦੇ ਬਹੁਤ ਜ਼ਿਆਦਾ ਲੋਕ ਰਿਲਾਈ ਕਰਦੇ ਨੇ ਦੇਖਣ ਨੂੰ ਕਿ ਪ੍ਰੋਸੈਸਿੰਗ ਆਉਂਦਾ ਹੈ, ਟੈਲੀਫੋਨ ਆਉਂਦਾ ਹੈ, ਉਹਦੇ 'ਚ ਬਸ ਇਹੀ ਜਾਣਕਾਰੀ ਦਿੱਤੀ ਜਾਊਗੀ। ਇਹ ਤੋਂ ਬਾਅਦ ਉਹ ਜਾਣਕਾਰੀ ਦੇਣਾ ਪੋਸੀਬਲ ਹੀ ਨਹੀਂ ਹੈਗਾ। ਮੈਂਬਰ ਆਫ ਪਾਰਲੀਮੈਂਟ ਨੂੰ ਕਹਿਣਗੇ ਉਹ ਵੀ ਪੋਸੀਬਲ ਨਹੀਂ ਹੈਗਾ। ਸੋ ਉਹਦੇ ਲਈ ਜਿਹੜਾ ਆਪਣਾ ਕਾਨੂੰਨੀ ਹੱਕ ਹੈ ਉਹ ਹੈਗਾ ATIP, ਐਕਸੈਸ ਟੂ ਇਨਫੋਰਮੇਸ਼ਨ ਪ੍ਰਾਈਵੇਸੀ ਐਕਟ। ਆਪਾਂ ਪਹਿਲਾਂ ਕਾਲ ਲੈ ਲਈਏ। ਬਿਲਕੁਲ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਜੀ ਮੈਂ ਪਹਿਲਾਂ ਕੁਐਸਚਨ ਕੀਤਾ ਸੀ ਇਹਦਾ ਵੀ ਆਪਣੇ ਲੜਕੇ ਨੇ ਬਿਲਕੁਲ ਸਰ, ਤੁਸੀਂ ਪ੍ਰੋਗਰਾਮ ਦੇ ਅਖੀਰ 'ਚ ਤੁਹਾਡੇ ਸਵਾਲ ਦਾ ਜਵਾਬ ਦਿੱਤਾ ਜਾਏਗਾ। ਤੁਸੀਂ ਪ੍ਰੋਗਰਾਮ ਦੇਖਦੇ ਰਹੋ, ਇੱਕ ਇੰਪੋਰਟੈਂਟ ਉਹਦੇ ਉੱਤੇ ਡਿਸਕਸ਼ਨ ਚੱਲ ਰਹੀ ਹੈ। ਪ੍ਰੋਗਰਾਮ ਦੇ ਅਖੀਰ 'ਚ ਤੁਹਾਡੇ ਸਵਾਲ ਦਾ ਜਵਾਬ ਦੇ ਦੇਵਾਂਗੇ, ਤੁਸੀਂ ਪ੍ਰੋਗਰਾਮ ਨਾਲ ਜੁੜੇ ਰਹੋ। ਕੀ ਉਹ ਜੇ ਲੀਗਲ ਇਹ ਪੁੱਛਣਾ ਵੀ ਇਹ ਲੀਗਲ ਕੰਮ ਕਰ ਸਕਦਾ ਉਹਦੇ ਤੋਂ ਬਾਅਦ ਉਹ ਅੱਗੇ ਘਰ ਨੂੰ ਇੰਡੀਆ ਤੋਂ ਬੁਲਾ ਸਕਦਾ ਵਾ ਵੀ ਉਹ ਤੇ ਤਰਫ ਤੇ ਵਕਤ ਜੀ ਬਿਲਕੁਲ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਨੂੰ ਪਹਿਲਾਂ ਨਾ ਪੈਨਾਂ ਦੇ ਜਵਾਬ ਦੇ ਦਈਏ ਜੀ। ਤੁਸੀਂ ਕਿਸੇ ਵੀ ਚਾਹੇ ਯੂਰਪੀਅਨ ਨੇਸ਼ਨ ਚੋਂ, ਚਾਹੇ ਤੁਸੀਂ ਏਸ਼ੀਅਨ ਨੇਸ਼ਨ ਚੋਂ, ਚਾਹੇ ਅਫਰੀਕਨ ਨੇਸ਼ਨ ਚੋਂ, ਸਭ ਲਈ ਕਾਨੂੰਨ ਹੈ ਜਿਹੜਾ ਕੈਨੇਡਾ ਦਾ ਉਹ ਬਰਾਬਰ ਹੈਗਾ। ਸੋ ਕਿਸੇ ਵੀ ਮੁਲਕ ਨੂੰ ਇਹ ਜੀ ਕੋਈ ਖਾਸ ਪ੍ਰਿਵਿਲੇਜ ਨਹੀਂ ਦਿੱਤੀ ਕਿ ਜੇ ਉੱਥੇ ਦਾ ਸਿਟੀਜ਼ਨ ਹੈ ਤਾਂ ਉਹਨੂੰ ਕੋਈ ਵੱਖਰੀ ਪ੍ਰਿਵਿਲੇਜ ਹੈਗੀ ਆ। ਹਾਂ, ਕਈ ਦੇਸ਼ਾਂ ਨਾਲ ਆਪਣੇ ਸਮਝੌਤੇ ਹੈਗੇ ਨੇ। ਉਹ ਸਮਝੌਤਿਆਂ 'ਚ ਹੈ ਕਿ ਜਿੱਥੇ ਜਿਹਨੂੰ ਹੌਲੀਡੇ ਵਰਕ ਵੀਜ਼ਾ ਆਖਿਆ ਜਾਂਦਾ ਹੈ ਕਿ ਜਿੱਥੇ ਕੈਨੇਡੀਅਨ ਸਿਟੀਜ਼ਨ ਉਹ ਮੁਲਕ 'ਚ ਜਾ ਕੇ ਸਰਟਨ ਟਾਈਮ ਲਈ ਕੰਮ ਕਰ ਸਕਦੇ ਨੇ, ਉਹ ਮੁਲਕ ਦੇ ਬੰਦੇ ਇੱਥੇ ਆ ਕੇ ਕਰ ਸਕਦੇ ਹੈਗੇ ਨੇ। ਤੋ ਉਹਦੇ 'ਚੋਂ ਅੱਡ-ਅੱਡ ਮੁਲਕਾਂ ਦੀਆਂ ਅੱਡ-ਅੱਡ ਰਿਕੁਆਇਰਮੈਂਟਸ ਨੇ। ਤੋ ਜੋ UK ਨਾਲ ਸਮਝੌਤਾ ਵੱਖਰੇ ਕਿਸਮ ਦਾ ਹੈ, ਸਪੇਨ ਨਾਲ ਵੱਖਰੇ ਕਿਸਮ ਦਾ ਹੈ, ਇਟਲੀ ਨਾਲ ਵੱਖਰੇ ਕਿਸਮ ਦਾ ਹੈ, ਗ੍ਰੀਸ ਨਾਲ ਵੱਖਰੇ ਕਿਸਮ ਦਾ, ਸੋ ਵੱਖਰੇ ਸਮਝੌਤੇ ਹੈਗੇ ਨੇ। ਆਸਟ੍ਰੇਲੀਆ ਨਾਲ ਵੱਖਰੇ ਕਿਸਮ ਦਾ ਹੈਗਾ। ਸੋ ਜਿਹੜਾ ਉਹਦੇ ਤੇ ਡਿਪੈਂਡੈਂਟ ਲਾਅ ਹੈ ਉਹੀ ਲਾਗੂ ਹੋਊਗਾ। ਪਰ ਕੋਈ ਵਿਜ਼ਿਟਰ ਆ ਕੇ ਕੰਮ ਕਰ ਸਕਦਾ? ਬਿਲਕੁਲ ਨਹੀਂ ਕਰ ਸਕਦਾ। ਸੋ ਤੁਹਾਨੂੰ ਉਹ ਐਪਲੀਕੇਸ਼ਨ ਵੱਖਰੇ ਤੌਰ ਤੇ ਕਰਨੀ ਪੈਣੀ ਹੈ। ਤੇ ਦੂਜਾ ਉਹਨਾਂ ਨੇ ਕਿਹਾ ਜੇ ਉਹਨਾਂ ਨੂੰ LMIA ਮਿਲ ਜਾਂਦਾ ਤਾਂ ਵਰਕ ਪਰਮਿਟ ਮਿਲ ਜੂਗਾ। ਹਾਂਜੀ, ਉਹ ਜ਼ਰੂਰ, ਜੇ ਉਹਨਾਂ ਨੂੰ LMIA ਮਿਲ ਜਾਂਦਾ ਉਹ ਕਿਤੋਂ ਵੀ ਆਉਣ ਤਾਂ ਵੀ ਉਹਨਾਂ ਨੂੰ ਉਹ ਮਿਲ ਸਕਦਾ ਹੈ। ਬਿਲਕੁਲ ਜੀ। ਇੱਕ ਦਰਸ਼ਕ ਹੋਰ ਜੁੜ ਗਏ ਨੇ ਸਾਡੇ ਨਾਲ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਸਰ?
ਜੀ ਮੈਂ ਨਿਊਯਾਰਕ ਤੋਂ ਬੋਲ ਰਿਹਾ। ਜੀ ਸਰ ਦੱਸੋ ਕੀ ਪੁੱਛਣਾ ਤੁਸੀਂ? ਅੱਜ ਅਸੀਂ ਕੈਨੇਡੀਅਨ ਇਮੀਗ੍ਰੇਸ਼ਨ ਬਾਰੇ ਗੱਲਬਾਤ ਕਰ ਰਹੇ ਜੀ ਹਾਂ। ਮੈਂ ਹਾਂਜੀ ਮੈਂ ਉਸ ਬਾਰੇ ਪੁੱਛਣਾ ਸੀਗਾ ਜੀ। ਜਿੱਦਾਂ ਐਕਚੁਅਲੀ ਮੈਂ ਯੂਨੀਵਰਸਿਟੀ ਦਾ ਨਾਮ, ਬਟ ਮੈਂ ਨਾ ਜਿੱਦਾਂ ਕੈਨੇਡਾ ਮਤਲਬ ਲਾਸਟ ਮੰਥ ਆਇਆ ਸੀਗਾ, ਮਤਲਬ ਮੈਂ ਡਰਾਈਵ ਕਰਦਾ ਟਰੱਕ ਤੇ ਬਟ ਮੇਰੀ ਕ੍ਰਿਮੀਨਲ ਕਨਵਿਕਸ਼ਨ ਸੀਗੀ ਇੱਥੇ, ਲਾਈਕ ਟਰੱਕ ਡਰਾਈਵ ਦੀ ਸੀਗੀ, ਤਾਂ ਮੇਰੀ ਜਿੱਦਾਂ ਡਿਨਾਈਡ ਐਂਟਰੀ ਹੋਈ ਸੀ ਬਾਰਡਰ ਤੇ CBSE ਵਾਲੇ ਨੇ ਮੈਨੂੰ ਵਾਪਸ ਭੇਜਿਆ ਸੀਗਾ ਤੇ ਉਹ ਕਹਿੰਦੇ ਵੀ ਤੁਹਾਡੀ ਕ੍ਰਿਮੀਨਲ ਕਨਵਿਕਸ਼ਨ ਕਰਕੇ ਉਹਨਾਂ ਨੇ ਐਂਟਰੀ ਨਹੀਂ ਦਿੱਤੀ ਸੀਗੀ, ਤੇ ਉਹਦੇ ਬਾਰੇ ਪੁੱਛਣਾ ਸੀਗਾ ਕਿ ਰਿਲੀਫ ਕਿਵੇਂ ਮਿਲ ਸਕਦੀ, ਜਾਂ ਮੈਨੂੰ ਐਮਬੈਸੀ ਨਾਲ ਕੰਟੈਕਟ ਕਰਨਾ ਪੈਣਾ, ਜਾਂ ਕਿੱਦਾਂ ਕੀ ਹੋ ਸਕਦਾ ਕਿ ਉਹਦੇ ਲਈ ਮਤਲਬ ਕੋਈ ਵੇਵਰ ਹੈ, ਜਾਂ ਫਿਰ ਮਤਲਬ ਕਹਿੰਦੇ ਕਿ ਇਨਐਡਮਿਸਿਬਲ ਹੋ ਤੁਸੀਂ। ਜੀ ਬਿਲਕੁਲ, ਆਪਾਂ ਕੁਝ ਪੁੱਛ ਰਹੇ ਹਾਂ ਨਹੀਂ ਜੀ, ਮੈਂ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਰ। ਐਕਚੁਅਲੀ ਟੈਕਨੀਕਲੀ ਬਹੁਤ ਵੱਡਾ ਟੌਪਿਕ ਹੈ, ਆਪਾਂ ਨੈਕਸਟ ਵੀਕ ਡਿਸਕਸ ਕਰ ਸਕਦੇ, ਪਰ ਮੈਂ ਇਹਨਾਂ ਲਈ ਸਪੈਸੀਫਿਕ ਆਨਸਰ ਦੱਸਣਾ ਚਾਹੁੰਦਾ ਹੈਗਾ। ਜੇ ਕੋਈ ਵੀ ਕ੍ਰਿਮੀਨੈਲਿਟੀ ਕਰਕੇ ਇਨਐਡਮਿਸਿਬਲ ਹੈਗਾ, ਸੋ ਸਭ ਤੋਂ ਪਹਿਲਾਂ ਉਹਨੂੰ ਕ੍ਰਿਮੀਨਲ ਰੀਹੈਬਿਲਿਟੇਸ਼ਨ ਲਈ ਅਰਜ਼ੀ ਹੈ ਜਿਹੜੀ ਉਹ ਕਰਨੀ ਪੈਣੀ ਹੈਗੀ ਹੈ। ਸੋ ਕ੍ਰਿਮੀਨਲ ਰੀਹੈਬਿਲਿਟੇਸ਼ਨ ਲਈ ਅਰਜ਼ੀ ਕਰਨ ਲਈ ਸੁਪਰੀਮ ਕੋਰਟ ਆਫ ਕੈਨੇਡਾ ਦਾ ਇੱਕ ਡਿਸੀਜਨ ਹੈ ਰਿਬਿਕ ਵਰਸਸ ਮਿਨਿਸਟਰ। ਇਹ ਰਿਬਿਕ ਕੇਸ ਦੇ ਵਿੱਚੋਂ ਜਦੋਂ ਵੀ ਕੋਈ ਕ੍ਰਿਮੀਨਲ ਇਨਐਡਮਿਸਿਬਿਲਿਟੀ ਹੋਵੇ ਤੇ ਰੀਹੈਬ ਹੋਵੇ ਤਾਂ ਸਰਟਨ ਫੈਕਟਰਸ ਨੇ ਜਿਹੜੇ ਉਹ ਦੇਖੇ ਜਾਣੇ ਨੇ। ਸਭ ਤੋਂ ਪਹਿਲਾ ਫੈਕਟਰ ਹੈਗਾ ਸੀਰੀਅਸਨੈਸ ਆਫ ਦ ਆਫੈਂਸ, ਕਿ ਜਿਹੜਾ ਉਹ ਤੁਸੀਂ ਗਲਤੀ ਕੀਤੀ ਹੈਗੇ, ਜੁਰਮ ਕੀਤਾ ਹੈ, ਉਹਦੀ ਸੀਰੀਅਸਨੈਸ ਕੀ ਹੈਗੀ ਆ। ਦੂਜਾ, ਕੀ ਰੀਹੈਬਿਲਿਟੇਸ਼ਨ ਹੋ ਗਿਆ, ਤੁਸੀਂ ਸੁਧਾਰ ਹੋ ਗਿਆ, ਤੁਹਾਨੂੰ ਆਪਣੇ ਕੀਤੇ ਜੁਰਮ ਦੇ ਉੱਤੇ ਅਫਸੋਸ ਹੈਗਾ, ਰਿਮੋਰਸ ਹੈਗਾ ਕਿ ਨਹੀਂ ਹੈਗਾ। ਇਹ ਤੋਂ ਇਲਾਵਾ ਕੀ ਇਫੈਕਟ ਹੈਗਾ ਤੁਹਾਡੇ ਫੈਮਿਲੀ ਦੇ ਉੱਤੇ ਜੇ ਤੁਹਾਨੂੰ ਰਿਮੂਵ ਜਾਂ ਐਂਟਰ ਕਰਨ ਦਿੱਤਾ ਜਾਵੇ, ਬੱਚਿਆਂ ਦਾ ਬੈਸਟ ਇੰਟਰਸਟ ਕੀ ਹੈਗਾ। ਇਹ ਸਾਰੇ ਫੈਕਟਰਸ ਨੇ ਜਿਹੜੇ ਉਹ ਦੇਖੇ ਜਾਣੇ ਨੇ। ਸੋ ਕ੍ਰਿਮੀਨਲ ਰੀਹੈਬਿਲਿਟੇਸ਼ਨ ਦੀ ਅਰਜ਼ੀ ਕਰਨ ਲਈ ਵੀ ਸਰਟਨ ਟਾਈਮ ਪੀਰੀਅਡ ਲੰਘਣੇ ਜ਼ਰੂਰੀ ਨੇ। ਸੋ ਜੇ ਤਾਂ ਉਹ ਕ੍ਰਿਮੀਨੈਲਿਟੀ ਹੈਗਾ ਸਿਰਫ, ਤਾਂ 5 ਸਾਲ ਦੇ ਸਮੇਂ ਬਾਅਦ ਤੁਸੀਂ ਡੀਮਡ ਰੀਹੈਬਿਲਿਟੇਟਡ ਮੰਨੇ ਜਾਂਦੇ ਹੋ। ਮਤਲਬ ਤੁਹਾਨੂੰ ਸਜ਼ਾ ਹੋਈ, ਸਜ਼ਾ ਹੋਣ ਤੋਂ 5 ਸਾਲ ਦਾ ਸਮਾਂ ਗੁਜ਼ਰ ਗਿਆ, ਫਿਰ ਤੁਸੀਂ ਡੀਮਡ ਰੀਹੈਬਿਲਿਟੇਟਡ ਮੰਨੇ ਜਾਓਗੇ। ਪਰ ਜੋ ਫੋਰਨ ਨੈਸ਼ਨਲ ਕੋਈ ਹੈਗਾ ਫਿਰ ਉਹਦੇ ਤੇ ਲਾਗੂ ਨਹੀਂ ਹੋਣਾ, ਫਿਰ ਉਹਨੂੰ ਅਰਜ਼ੀ ਕਰਨੀ ਪੈਣੀ ਹੈ। ਜੇ ਉਹ ਸੀਰੀਅਸ ਕ੍ਰਿਮੀਨੈਲਿਟੀ ਹੈ ਤਾਂ 10 ਸਾਲ ਦਾ ਸਮਾਂ ਲੰਘਿਆ ਹੋਣਾ ਚਾਹੀਦਾ, ਉਹ ਤੋਂ ਬਾਅਦ ਤੁਸੀਂ ਕ੍ਰਿਮੀਨਲ ਰੀਹੈਬਿਲਿਟੇਸ਼ਨ ਕਰ ਸਕਦੇ ਹੋ। ਤੇ ਦੂਜੀ, ਉਹ ਜੁਰਮ ਦੀ ਇਕੁਇਵੈਲੈਂਸੀ ਕੈਨੇਡੀਅਨ ਕ੍ਰਿਮੀਨਲ ਕੋਡ ਨਾਲ ਹੋਣੀ ਚਾਹੀਦੀ ਹੈ। ਹੁਣ ਸ਼ਰਾਬ ਪੀ ਕੇ ਗੱਡੀ ਚਲਾਉਣਾ ਕੈਨੇਡਾ ਦੇ ਵਿੱਚ ਜੁਰਮ ਹੈ, ਤੇ ਕਈ ਮੁਲਕਾਂ 'ਚ ਉਹ ਕ੍ਰਿਮੀਨਲ ਓਫੈਂਸ ਨਹੀਂ ਹੈਗਾ, ਉਹ ਹਾਈਵੇ ਟ੍ਰੈਫਿਕ ਐਕਟ ਦਾ ਓਫੈਂਸ ਹੈ, ਪਰ ਉੱਥੇ ਉਹਨਾਂ ਦਾ ਕ੍ਰਿਮੀਨਲ ਰੈਕਡ ਨਹੀਂ ਹੋਊਗਾ, ਕੈਨੇਡਾ ਦੇ ਵਿੱਚ ਉਹ ਕ੍ਰਿਮੀਨਲ ਰੈਕਡ ਗਿਣਿਆ ਜਾਊਗਾ। ਉਹ ਸਭ ਤੋਂ ਪਹਿਲਾਂ ਉਹਦੀ ਇਕੁਇਵੈਲੈਂਸੀ ਹੋਣੀ ਚਾਹੀਦੀ ਹੈ ਕੈਨੇਡੀਅਨ ਕ੍ਰਿਮੀਨਲ ਕੋਡ ਦੇ ਮੁਤਾਬਕ। ਫਿਰ ਉਹਦਾ ਇੱਕ ਸਰਟਨ ਟਾਈਮ ਹੈਗਾ, ਉਹ ਤੋਂ ਬਾਅਦ ਤੁਸੀਂ ਅਰਜ਼ੀ ਕਰ ਸਕਦੇ ਹੋ। ਤੇ ਜਦੋਂ ਅਰਜ਼ੀ ਕਰਨੀ ਹੈ ਸਰਟਨ ਫੈਕਟਰਸ ਤੁਹਾਨੂੰ ਹੋਣੀਆਂ ਜ਼ਰੂਰੀ ਨੇ। ਤੇ ਦੂਜਾ, ਕਿਉਂਕਿ ਇਹਨਾਂ ਨੂੰ ਐਂਟਰੀ ਡਿਨਾਈ ਕੀਤਾ ਗਿਆ, ਇਹਨਾਂ ਨੂੰ ਡਿਪਾਰਚਰ ਆਰਡਰ ਦਿੱਤਾ ਗਿਆ, ਇਹਨਾਂ ਨੂੰ ਇੱਕ ਹੋਰ ਅਰਜ਼ੀ ਵੀ ਕਰਨੀ ਪੈਣੀ ਹੈ ਜਿਹਨੂੰ ਆਥੋਰਾਈਜੇਸ਼ਨ ਟੂ ਰਿਟਰਨ ਟੂ ਕੈਨੇਡਾ ਆਖਿਆ ਜਾਊਗਾ। ਉਹ ਅਰਜ਼ੀ ਮਿਲਣ ਤੇ ਕ੍ਰਿਮੀਨਲ ਰੀਹੈਬ ਹੋਣ ਤੋਂ ਬਾਅਦ ਹੀ ਇਹਨਾਂ ਨੂੰ ਕੈਨੇਡਾ 'ਚ ਐਂਟਰੀ ਹੈ ਜਿਹੜੀ ਦਿੱਤੀ ਜਾਊਗੀ। ਇਹ ਇੱਕ ਬਹੁਤ ਐਲੈਬੋਰੇਟ ਤੇ ਹਾਈਲੀ ਕਾਨੂੰਨੀ ਪੱਖ ਤੋਂ ਇੱਕ ਬਹੁਤ ਹਾਰਡ ਵਰਕ ਕਰਨ ਵਾਲਾ ਮਾਮਲਾ ਹੈ, ਤਾਂ ਹੀ ਇਹ ਹਰਡਲ ਨੂੰ ਕ੍ਰਾਸ ਕਰ ਸਕਦੇ। ਫਰਦਰ ਇਨਫੋਰਮੇਸ਼ਨ ਲਈ ਤੁਹਾਨੂੰ ਵੀ ਜ਼ਰੂਰ ਕਾਲ। ਮੇਰਾ ਇਹਨਾਂ ਮਾਮਲਿਆਂ 'ਚੋਂ ਮੈਂ ਦੱਸਣਾ ਚਾਹੁੰਦਾ ਜੀ, ਬਹੁਤ ਐਕਸਪੀਰੀਅੰਸ ਹੈਗਾ ਕ੍ਰਿਮੀਨਲ ਰੀਹੈਬਿਲਿਟੇਸ਼ਨ ਦੇ ਵਿੱਚੋਂ, ਆਥੋਰਾਈਜੇਸ਼ਨ ਟੂ ਰਿਟਰਨ ਟੂ ਕੈਨੇਡਾ ਦੇ ਵਿੱਚੋਂ। ਕਈ ਲੈਂਡਮਾਰਕ ਕੇਸਿਸ ਵੀ ਹੈਗੇ ਨੇ ਜਿਹੜੇ ਅਪੀਲ ਦੇ ਵਿੱਚੋਂ ਮੈਂ ਖਾਸ ਕਰਕੇ ਆਥੋਰਾਈਜੇਸ਼ਨ ਟੂ ਰਿਟਰਨ ਟੂ ਕੈਨੇਡਾ ਜਾਂ ਕ੍ਰਿਮੀਨਲ ਰੀਹੈਬਿਲਿਟੇਸ਼ਨ ਦੇ ਵਿੱਚੋਂ ਜਿੱਤੇ। ਬਿਲਕੁਲ ਸਰ, ਕਾਲਸ ਬਹੁਤ ਪੈਂਡਿੰਗ ਪਈਆਂ ਨੇ, ਆਪਾਂ ਕਾਲਸ ਲੈ ਲਈਏ। ਹੈਲੋ ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਮੈਮ? ਹਾਂਜੀ, ਇੱਥੋਂ ਬ੍ਰੈਂਪਟਨ ਤੋਂ ਹੀ ਬੋਲਦੇ ਹਾਂ। ਮੇਰੇ ਪੇਰੈਂਟਸ ਆਏ ਸੀ ਪਿਛਲੇ ਸਾਲ ਫੈਬਰੂਅਰੀ 'ਚ, ਤੇ ਅਸੀਂ 2 ਐਕਸਟੈਂਸ਼ਨ ਲੈ ਚੁੱਕੇ ਹਾਂ, ਤੇ ਹੁਣ ਸਾਡੀ ਦੂਜੀ ਐਕਸਟੈਂਸ਼ਨ ਸਤੰਬਰ 6 ਤੱਕ ਦੀ ਆਈ ਹੈ। ਮੈਂ ਪੁੱਛਣਾ ਸੀਗਾ ਕਿ ਅਸੀਂ ਤੀਜੀ ਐਕਸਟੈਂਸ਼ਨ ਲਾ ਸਕਦੇ, ਬਿਕਾਜ਼ ਇਸ COVID-19 ਕਰਕੇ ਮੈਂ ਉਹਨਾਂ ਨੂੰ ਭੇਜਣਾ ਨਹੀਂ ਚਾਹੁੰਦੀ, ਬਿਕਾਜ਼ ਮੇਰੇ ਮੰਮਾ ਵੀ ਓਲਡ ਏਜ ਤੇ ਹੈ, ਤੇ ਮੇਰਾ ਨੈਫਿਊ ਜਿਹੜਾ ਉਹ 3 ਸਾਲ ਦਾ। ਜੀ
ਜੀ ਬਿਲਕੁਲ ਲਾ ਸਕਦੇ ਹੋ, ਜਿੰਨੀਆਂ ਮਰਜ਼ੀ ਐਕਸਟੈਂਸ਼ਨਸ ਤੁਸੀਂ ਲਾ ਸਕਦੇ ਹੋ। ਐਕਸਟੈਂਸ਼ਨ ਲਾਉਣ ਵੇਲੇ ਸਭ ਤੋਂ ਪਹਿਲਾਂ ਤੁਸੀਂ ਪ੍ਰੂਵ ਕਰਨਾ ਰੀਜ਼ਨ ਆਫ ਸਟੇ ਕੀ ਹੈ, ਦੂਜਾ ਇਨਫ ਫਾਈਨੈਂਸ਼ੀਅਲ ਐਬਿਲਿਟੀ ਕੀ ਹੈਗੀ ਹੈ, ਤੇ ਦੂਜਾ ਜਿਹੜਾ ਵੀ ਉਹਨਾਂ ਦਾ ਕੋਈ ਸਨ ਡਾਟਰ, ਗ੍ਰੈਂਡ ਡਾਟਰ ਜਾਂ ਗ੍ਰੈਂਡਸਨ ਹੈਗਾ, ਜੇ ਉਹ ਇਨਫ ਇਨਕਮ ਰਿਕੁਆਇਰਮੈਂਟ ਮੀਟ ਕਰਦਾ ਤਾਂ ਉਹ ਐਕਸਟੈਂਸ਼ਨ ਉਹਨਾਂ ਨੂੰ 2 ਸਾਲ ਤੱਕ ਦੀ ਵੀ ਮਿਲ ਸਕਦੀ ਹੈਗੀ ਹੈ। ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਜੀ। ਪ੍ਰਸ਼ਨ ਪੁੱਛਣ ਲਈ ਸਾਡੇ ਨੈਕਸਟ ਕਾਲਰਸ ਵੀ ਸਾਡੇ ਨਾਲ ਲਾਈਨ ਦੇ ਮੌਜੂਦ ਨੇ। ਮੈਂ ਚਾਹਾਂਗੀ ਸਰਵਰ ਟੀਮ ਨੂੰ ਕਿ ਕਾਲਸ ਜਿਹੜੀਆਂ ਨੇ ਫਟਾਫਟ ਫਾਰਵਰਡ ਕੀਤੀਆਂ ਜਾਣ ਤਾਂ ਕਿ ਜਿਹੜਾ ਡਿਸਕਸ਼ਨ ਅਸੀਂ ਟੌਪਿਕ ਕਰ ਰਹੇ ਹਾਂ ਉਹ ਵੀ ਨਾਲ ਦੀ ਨਾਲ ਹੋ ਸਕੇ। ਹੈਲੋ ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਹਾਂਜੀ ਮੈਂ ਇੰਡੀਆ ਤੋਂ ਬੋਲਦਾ। ਸੋ ਮੇਰਾ ਵਕੀਲ ਸਾਹਿਬ ਦਾ ਕੁਐਸਚਨ ਸੀਗਾ, ਮੇਰੀ ਨਾ ਮੈਰਿਜ ਹੋਈ ਸੀ ਕੈਨੇਡਾ ਦੇ ਵਿੱਚ। ਸੋ ਮੇਰੀ ਵਾਈਫ ਇੱਕ ਸਿਟੀਜ਼ਨ ਆ ਤੇ ਲਾਸਟ ਜੁਲਾਈ ਦੇ ਵਿੱਚ ਸਾਡੀ ਫਾਈਲ ਲੱਗੀ ਸੀਗੀ ਤੇ ਅਜੇ ਤੱਕ ਉਹਦਾ ਕੁਛ ਲੱਗਿਆ ਨਹੀਂ ਹੈਗਾ ਪਤਾ। ਤੇ ਦੂਸਰਾ ਉਹਦੇ ਵਿੱਚ ਇਹ ਸੀਗਾ, ਮੈਂ ਨਾ 12-13 ਸਾਲ ਦਾ ਰਿਹਾ ਸੀਗਾ ਇੰਗਲੈਂਡ ਦੇ ਵਿੱਚ, ਅਨਲੀਗਲ ਸੀਗਾ ਉੱਥੇ। ਸੋ ਉੱਥੋਂ ਮੈਂ ਆਉਣ ਲੱਗਿਆ ਆਪਣਾ ਪੁਲਿਸ ਕਲੀਅਰੈਂਸ ਨਾਲ ਲੈ ਕੇ ਆਇਆ ਸੀਗਾ, ਉਹ ਸਾਡੇ ਨਾਲ ਲੱਗਿਆ ਸਾਰਾ ਕੁਛ। ਸੋ ਮੈਂ ਪੁੱਛਣਾ ਸੀਗਾ ਵੀ ਲਾਸਟ ਈਅਰ ਜੁਲਾਈ ਦੇ ਵਿੱਚ ਸਾਡੀ ਫਾਈਲ ਲੱਗੀ ਸੀਗੀ ਤੇ ਉਹਦਾ ਹੋਰ ਕਿੰਨਾ ਪ੍ਰੋਸੈਸ ਹੋਣਾ ਆ, ਜਿਹੜੀ ਮੇਰੀ ਪੁਲਿਸ ਕਲੀਅਰੈਂਸ ਲੱਗੀ ਸੀਗੀ ਸੋ ਉਹਦੇ ਬਾਰੇ ਵੀ ਕੋਈ ਨਾ ਉੱਥੇ ਕੋਈ ਇਨਵੈਸਟੀਗੇਸ਼ਨ ਨਹੀਂ ਕਰਨੀ ਹੈ ਸਰ ਕਿਆ ਕਰਨਾ? ਜੀ ਬਿਲਕੁਲ ਸਰ, ਆਪਾਂ ਟੀਵੀ ਸਕਰੀਨ ਤੇ ਆ ਸਕਦੇ ਹਾਂ। ਬਿਲਕੁਲ ਜੀ, ਤੁਸੀਂ ਟੀਵੀ ਸਕਰੀਨ ਤੇ ਆ ਸਰ ਜੀ। ਐਕਚੁਅਲੀ ਕੁਐਸਚਨ ਬੜਾ ਕਨਕਲੂਜਨ ਵਾਲਾ ਕੁਐਸਚਨ ਹੈ, ਮੈਂ ਇਹਦੇ ਤੇ ਹੀ ਜਵਾਬ ਦੇਣਾ ਸ਼ੁਰੂ ਕੀਤਾ ਸੀਗਾ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਨੈਕਸਟ ਕਾਲ ਵੀ ਜਿਹੜੀ ਆ ਸਾਨੂੰ ਫਾਰਵਰਡ ਕੀਤੀ ਜਾਵੇ ਤਾਂ ਕਿ ਅਸੀਂ ਸਵਾਲਾਂ ਦੇ ਜਵਾਬ ਫਟਾਫਟ ਦੇ ਸਕੀਏ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਉਹ ਮੈਂ ਪੁੱਛਣਾ ਸੀਗਾ ਕਿ ਜਿਹੜੇ ਸਿਟੀਜ਼ਨਸ਼ਿਪ ਵਾਲੇ ਉਹ ਟੈਸਟ ਹੈ ਉਹ ਓਪਨ ਹੋ ਗਏ? ਸਿਟੀਜ਼ਨਸ਼ਿਪ ਟੈਸਟ ਨਹੀਂ ਜੀ, ਹਾਲੇ ਨਹੀਂ ਓਪਨ ਹੋਏ ਹੈਗੇ ਤੇ ਹਾਲੇ ਕੋਈ ਫਰਦਰ ਇਨਫੋਰਮੇਸ਼ਨ ਵੀ ਨਹੀਂ ਹੈਗੀ ਕਦੋਂ ਓਪਨ ਹੋਣੇ ਆ ਜੀ। ਜੀ ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਦੇ ਲਈ। ਅਗਲੇ ਕਾਲਰ ਜੁੜ ਗਏ ਨੇ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਮੈਂ ਦਵਿੰਦਰ ਸਿੰਘ ਬੋਲਦਾ ਜੀ, ਮਿਸ਼ੀਗਨ ਤੋਂ। ਜੀ ਸਰ ਦੱਸੋ ਕੀ ਸਵਾਲ ਹੈ? ਮੇਰੇ ਮਦਰ ਇਨ ਲਾ ਕੈਨੇਡੀਅਨ ਪਰਮਾਨੈਂਟ ਰੈਜ਼ੀਡੈਂਟ ਨੇ, ਉਹ ਇੱਧਰ ਆਏ ਹੋਏ ਸੀਗੇ ਮੇਰੇ ਕੋਲੇ ਤੇ ਬਾਰਡਰ ਬੰਦ ਹੋ ਗਿਆ ਸੀਗਾ ਤੇ ਮੈਂ ਬਾਰਡਰ ਵਾਲਿਆਂ ਨੂੰ ਗੱਲ ਕੀਤੀ ਤੇ ਉਹ ਕਹਿੰਦੇ ਉਹ ਕ੍ਰਾਸ ਕਰ ਸਕਦੇ ਆ। ਮੈਂ ਉਹਨਾਂ ਨੂੰ ਟੈਕਸੀ ਦੇ ਵਿੱਚ ਭੇਜ ਦਿੱਤਾ ਸੀਗਾ ਤੇ ਉਹ ਪਹੁੰਚ ਗਏ ਠੀਕ ਠਾਕ। ਕੁਐਸਚਨ ਮੇਰਾ ਇਹ ਆ ਬਈ ਜਿਹੜੀ ਤੁਹਾਡੇ ਐਂਟਰੀ ਪਾਉਂਦੇ ਆ ਉਹਦਾ ਕੀ ਸਿਸਟਮ ਆ? ਕੀ ਉਹ ਉਹਨਾਂ ਨੂੰ ਹੁਣ ਇੰਡੀਆ ਜਾ ਕੇ ਦੁਬਾਰਾ ਵਾਪਸ ਆਉਣਾ ਕੋਈ ਐਂਟਰੀ ਆਉਣ ਜਾਂ ਐਂਟਰੀ ਹੋ ਚੁੱਕੀ ਹੈ ਆਟੋਮੈਟਿਕਲੀ ਸਿਸਟਮ? ਨਹੀਂ, ਜੋ ਕੈਨੇਡਾ ਐਂਟਰ ਹੋ ਚੁੱਕੇ ਨੇ ਜੀ, ਸੋ ਚਾਹੇ ਉਹ ਲੈਂਡ ਪੋਰਟ ਹੈ, ਚਾਹੇ ਉਹ ਸੀ ਪੋਰਟ ਹੈ ਤੇ ਚਾਹੇ ਉਹ ਤੁਹਾਡਾ 에ਅਰਪੋਰਟ ਹੈ, ਤਿੰਨਾਂ ਦੇ ਵਿੱਚੋਂ ਜਦੋਂ ਕਦੇ ਵੀ ਐਂਟਰ ਹੁੰਦੇ ਨੇ ਤਾਂ ਉਹ ਐਂਟਰ ਹੋ ਚੁੱਕੇ ਆ ਜੀ ਆਲਰੇਡੀ। ਜੀ ਬਹੁਤ ਬਹੁਤ ਸ਼ੁਕਰੀਆ ਜੀ ਸਵਾਲ ਕਰਨ ਦੇ ਲਈ। ਤੇ ਸਰ ਇੱਕ ਜਿਹੜੇ ਦਰਸ਼ਕ ਦਾ ਸਵਾਲ ਰਹਿੰਦਾ ਜਿਨ੍ਹਾਂ ਦਾ ਕਹਿਣਾ ਸੀਗਾ ਕਿ ਇੰਡੀਆ ਜਿਨ੍ਹਾਂ ਨੇ ਮੈਰਿਜ ਦਾ, ਹਾਂਜੀ ਸੋ ਆਪਾਂ ਕੰਕਲੂਡ ਕਰਦੇ ਹਾਂ ਜੀ ਉਹਦੇ 'ਚ। ਮੈਂ ਗੱਲ ਕਰ ਰਿਹਾ ਸੀ ਕਾਨੂੰਨੀ ਹੱਕ ਦੇ ਵਰਤਣ ਦੀ। ਹੁਣ ਜਿਵੇਂ ਕਹਿੰਦੇ ਜੁਲਾਈ 'ਚੋਂ ਕੇਸ ਲੱਗਿਆ ਤੇ ਉਹ ਉੱਥੇ ਸੀਗੇ, ਜਿੰਨੀ ਵੀ ਦੇਰੀ ਹੋ ਰਹੀ ਹੈ ਸੋ ਨਾ ਤਾਂ ਉਹ 'ਚ ਮੈਂਬਰ ਆਫ ਪਾਰਲੀਮੈਂਟ ਨਾ ਤੁਹਾਡਾ ਟੈਲੀਫੋਨ ਕਰੇ ਨੇ ਮਦਦ ਨਹੀਂ ਕਰਨੀ। ਜਿਹੜਾ ਕਾਨੂੰਨ ਹੈਗਾ ਉਹ ATIP ਹੈਗਾ, ਐਕਸੈਸ ਟੂ ਇਨਫੋਰਮੇਸ਼ਨ ਪ੍ਰਾਈਵੇਸੀ ਐਕਟ। ਸੋ ਐਕਸੈਸ ਟੂ ਇਨਫੋਰਮੇਸ਼ਨ ਪ੍ਰਾਈਵੇਸੀ ਐਕਟ ਉਹ ਕਾਨੂੰਨ ਹੈ, ਇਹ ਇਕੱਲਾ ਇਮੀਗ੍ਰੇਸ਼ਨ ਲਈ ਨਹੀਂ, ਉਹ ਹਰ ਮਹਿਕਮੇ ਲਈ ਹੈ। ਕੋਈ ਵੀ ਜਾਣਕਾਰੀ ਜਿਹੜੀ ਸਰਕਾਰ ਰੱਖਦੀ ਹੈ, ਜੇ ਆਪਾਂ ਉਸ ਕਾਨੂੰਨ ਦੇ ਥੱਲੇ ਅਰਜ਼ੀ ਕਰਦੇ ਹਾਂ ਤਾਂ ਸਰਕਾਰ ਨੇ ਉਹ ਆਪਾਂ ਨੂੰ ਜਾਣਕਾਰੀ ਪ੍ਰੋਵਾਈਡ ਕਰਨੀ ਹੈ। ਸੋ ਜੇ ਖਾਸ ਕਰਕੇ ਆਪਾਂ ਵਿਆਹ ਦੇ ਕੇਸ ਤੇ ਦੇਰੀ ਹੋ ਰਹੀ ਹੈ, ਸਭ ਤੋਂ ਪਹਿਲਾਂ ਉਸ ਫਾਈਲ ਦੀ ਕਾਪੀ ਨੂੰ ਮੰਗਾਉਣਾ ਤਾਂ ਕਿ ਪੂਰੀ ਫਾਈਲ ਦੀ ਕਾਪੀ, ਚਾਹੇ ਨੋਟਸ ਨੇ, ਆਫਿਸਰ ਦੀਆਂ ਕੀਤੀਆਂ ਹੋਈਆਂ ਮਾਰਕਿੰਗਸ ਨੇ, ਫਾਰਮਸ ਨੇ, ਕੋਈ ਹੋਰ ਐਵੀਡੈਂਸ ਹੈ, ਕਿਸੇ ਨੇ ਹੋਰ ਕੋਈ ਚਿੱਠੀ ਭੇਜੀ ਆ ਉਹਦਾ ਕੋਈ ਐਵੀਡੈਂਸ ਹੈਗਾ, ਉਹ ਸਾਰੀ ਜਾਣਕਾਰੀ ਆਪਾਂ ਨੂੰ ਮਿਲਣੀ ਜ਼ਰੂਰੀ ਹੈ। ਜੇ ਉਹ ਜਾਣਕਾਰੀ ਆਪਾਂ ਨੂੰ ਮਿਲੂਗੀ ਉਸ ਤੋਂ ਬਾਅਦ ਹੀ ਆਪਾਂ ਉਹ ਤੇ ਕੋਈ ਕਾਰਵਾਈ ਕਰ ਸਕਾਂਗੇ। ਸੋ ਜੇ ਇਹੀ ਮਾਮਲਾ ਹੈ ਕਿ ਪ੍ਰੋਸੈਸ ਹੋ ਰਿਹਾ ਤਾਂ ਕੋਈ ਕਾਰਵਾਈ ਨਹੀਂ ਨਾ, ਉਹ ਤਾਂ ਪ੍ਰੋਸੈਸ ਤਾਂ ਹੋ ਹੀ ਰਹੇਗਾ। ਹੁਣ ਜੇ ਜਿਵੇਂ ਕਾਲਰ ਨੇ ਗੱਲ ਕੀਤੀ ਸੀ ਕਿ ਉਹ ਇੰਗਲੈਂਡ ਦੇ ਵਿੱਚ ਇਲੀਗਲ ਤੌਰ ਤੇ ਰਹੇ ਸੀ, ਇਹ ਇੰਟੈਂਟ ਦਾ ਸਵਾਲ ਹੈ। ਸੋ ਇਹਦਾ ਮਤਲਬ ਉਹਨਾਂ ਨੇ ਉੱਥੇ ਕਾਨੂੰਨ ਦੀ ਪਾਲਣਾ ਨਹੀਂ ਕੀਤੀ। ਸੋ ਇੱਥੇ ਹੈ ਕਿ ਕੈਨੇਡਾ ਦੇ ਕਾਨੂੰਨ ਦੀ ਫਿਰ ਉਹ ਪਾਲਣਾ ਕਰੂਗੇ ਜਾਂ ਨਹੀਂ ਕਰੂਗੇ। ਸੋ ਉਹ ਐਫਰਟਸ ਦੀ ਜ਼ਰੂਰਤ ਹੈ। ਦੂਜੀ ਉਹਨਾਂ ਨੇ ਕਿਹਾ ਕਿ ਮੈਂ ਉਹ ਨਾਲ ਲੈ ਕੇ ਆਇਆ ਸੀ। ਨਾਲ ਲੈ ਕੇ ਆਉਣ ਦਾ ਮਤਲਬ ਇਹ ਹੈ ਕਿ ਜਿਸ ਦਿਨ ਉਹ ਇੰਗਲੈਂਡ ਦੇ ਵਿੱਚ ਪ੍ਰੈਜ਼ੈਂਟ ਸੀ ਉਸ ਦਿਨ ਉਹਨਾਂ ਦੇ ਹੱਥ ਦੇ ਵਿੱਚ ਉਹ ਸੀਗੀ। ਸੋ ਇਹਦਾ ਮਤਲਬ ਉਹ ਤਾਂ ਪਹਿਲੀ ਤਰੀਕ ਦੀ ਹੈ, ਉਹ ਤੋਂ ਜਿਹੜੇ ਕੁਝ ਦਿਨ ਬਾਅਦ ਚੋਂ ਗੁਜ਼ਾਰੇ ਨੇ ਉਹ ਤਰੀਕਾਂ ਦਾ ਹਿਸਾਬ ਕਿੱਥੇ ਹੈ। ਸੋ ਜਿਸ ਦਿਨ ਤੁਸੀਂ ਉੱਥੇ ਨਹੀਂ ਹੈਗੇ ਉਸ ਤੋਂ ਬਾਅਦ ਦੀ ਚਾਹੀਦੀ ਹੈ, ਨਾ ਕਿ ਤੁਸੀਂ ਹੁਣ ਜੇ ਉਹਨਾਂ ਨੂੰ 5 ਦਿਨ ਪਹਿਲਾਂ ਮਿਲ ਗਈ ਹੈ ਤੇ 5 ਦਿਨਾਂ ਬਾਅਦ ਫਲਾਈ ਕਰਿਆ, ਸੋ ਉਸ ਤਰੀਕ ਤੋਂ 5 ਦਿਨਾਂ ਦਾ ਹਿਸਾਬ ਨਹੀਂ ਨਾ ਹੈਗਾ ਉਹਦੇ ਵਿੱਚੋਂ। ਸੋ ਇੱਕ ਉਹ ਨਵਾਂ ਮਾਮਲਾ ਬਣ ਕੇ ਸਾਹਮਣੇ ਆ ਸਕਦਾ ਜੀ। ਤੇ ਦੂਜੀ ਜਿਹੜਾ ਐਕਸੈਸ ਟੂ ਇਨਫੋਰਮੇਸ਼ਨ ਪ੍ਰਾਈਵੇਸੀ ਐਕਟ ਹੈ ਉਹਦੇ ਵੀ ਸੈਕਸ਼ਨ 16 ਤੇ ਸੈਕਸ਼ਨ 19 ਦੇ ਵਿੱਚੋਂ ਸਰਕਾਰ ਕੋਲੇ ਹੱਕ ਹੈਗਾ ਕਿ ਕਈ ਇਨਫੋਰਮੇਸ਼ਨਸ ਨੂੰ ਵਿਦ ਹੋਲਡ ਕਰ ਸਕਦੇ ਨੇ, ਜਿਹੜੀ ਕਿ
ਦੇਸ਼ ਦੀ ਇੰਟੈਗ੍ਰਿਟੀ ਦੇ ਉੱਤੇ ਸਵਾਲ ਕਰਦਾ ਹੋਵੇ, ਕੋਈ ਐਕਟਿਵ ਇਨਵੈਸਟੀਗੇਸ਼ਨ ਦੇ ਉੱਤੇ ਇਨਫਲੂਐਂਸ ਹੁੰਦਾ ਹੋਵੇ, ਜਾਂ ਉਹ ਟੈਰਰਿਸਟ ਰਿਲੇਟਡ ਕੋਈ ਮਾਮਲਾ ਹੋਵੇ। ਪਰ ਜਿਹੜਾ ਇੱਕ ਐਕਸਪੀਰੀਅੰਸਡ ਕਾਉਂਸਲ ਹੈਗਾ ਉਹਦੀ ਨਿਗਾਹ ਹੈਗੀ ਹੈ ਜਿਹੜੀ ਉਹ ਲੱਭ ਲੈਂਦੀ ਹੈ ਕਿ ਉਹ ਕਿੱਥੇ ਮਾਮਲਾ ਹੈ, ਚਾਹੇ ਉਹ ਵਿਦ ਹੋਲਡ ਵੀ ਕਰ ਲੈਣ, ਕਿਉਂਕਿ ਥੋੜਾ ਐਕਸਪੀਰੀਅੰਸ ਇੰਨਾ ਹੋ ਚੁੱਕਿਆ ਹੁੰਦਾ ਹੈ, ਤੁਹਾਨੂੰ ਪਤਾ ਹੈਗਾ ਕਿੱਥੇ ਮਾਮਲਾ ਕੀ ਹੋ ਰਿਹਾ ਹੈ। ਸੋ ਉੱਥੋਂ ਹੀ ਆਪਾਂ ਨੂੰ ਪਤਾ ਚੱਲੂਗਾ ਕਿ ਕਿਹੜੇ ਕਾਰਨਾਂ ਕਰਕੇ ਦੇਰੀ ਹੋ ਰਹੀ ਹੈ, ਤੇ ਫਿਰ ਇਹ ਆਪਾਂ ਕਾਰਨਾਂ ਦਾ ਹੱਲ ਹੈ ਜਿਹੜਾ ਉਹ ਕਰ ਸਕਾਂਗੇ ਜੀ। ਬਿਲਕੁਲ। ਤੇ ਸਰ ਹੁਣ ਸਮਾਂ ਵੀ ਲਗਭਗ ਇਜਾਜ਼ਤ ਲੈਣ ਦਾ ਹੋ ਰਿਹਾ, ਪਰ ਇਹ ਸਪਾਊਸ ਵੀਜ਼ਾ ਦੇ ਵਿੱਚ ਦੇਰੀ ਦੇ ਕਾਫੀ ਕੰਪਲਿਕੇਟਡ ਰੀਜ਼ਨਸ ਜਿਹੜੇ ਤੁਸੀਂ ਅੱਜ ਤੁਹਾਨੂੰ ਦੱਸੇ ਨੇ। ਸੋ ਇਸ ਵਕਤ ਜਿਹੜੇ ਦਰਸ਼ਕ ਨੇ, ਕਈ ਸਾਨੂੰ ਇਹ ਜਿਹੀਆਂ ਕਾਲਸ ਵੀ ਆਈਆਂ ਨੇ ਜਿਨ੍ਹਾਂ ਦੇ ਖੁਦ ਦੇ ਮੈਟਰਸ ਕਾਫੀ ਜ਼ਿਆਦਾ ਕੰਪਲਿਕੇਟਡ ਨੇ, ਤੁਹਾਨੂੰ ਕੋਈ ਕਾਲ ਕਰਨਾ ਚਾਹੁੰਦਾ ਕਿਵੇਂ ਸੰਪਰਕ ਕਰ ਸਕਦਾ? ਬਿਲਕੁਲ ਜੀ, ਸਾਡਾ ਆਫਿਸ ਬਰੈਂਪਟਨ ਦੇ ਵਿੱਚ ਸਟੀਲਸ ਐਂਡ ਟਾਰਬਨ ਦੇ ਉੱਤੇ ਹੈਗਾ ਜੀ। ਇਹਦੇ ਨਾਲ ਸਰੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 128 ਸਟਰੀਟ ਤੇ 80 ਐਵੇਨਿਊ ਦੇ ਉੱਤੇ ਹੈ। ਐਬਸਫੋਰਡ ਦੇ ਵਿੱਚ ਆਫਿਸ ਹੈ ਜਿਹੜਾ ਉਹ ਖਾਲਸਾ ਕ੍ਰੈਡਿਟ ਯੂਨੀਅਨ ਬੈਂਕ ਦੇ 2nd ਫਲੋਰ ਤੇ ਹੈ, ਸਾਊਥ ਫਰੇਜ਼ਰ ਦੇ ਵਿੱਚ। ਤੇ ਪੰਜਾਬ ਦੇ ਵਿੱਚ ਮੋਹਾਲੀ, ਲੁਧਿਆਣਾ ਤੇ ਜਲੰਧਰ ਦੇ ਵਿੱਚ ਆਫਿਸ ਨੇ। ਦੁਬਈ ਦੇ ਵਿੱਚ ਵੀ ਆਫਿਸ ਹੈ ਜੀ। ਨੰਬਰ ਸਕਰੀਨ ਤੇ ਆ ਰਿਹਾ ਹੈਗਾ। ਤੇ ਕੋਈ ਵੀ ਇਮੀਗ੍ਰੇਸ਼ਨ ਰਿਲੇਟਡ ਮਾਮਲਾ ਹੋਵੇ ਜੀ, ਅਸੀਂ ਕੰਪੀਟੈਂਟ ਸਲਾਹ ਦੇਣ ਦੀ ਕਾਬਲੀਅਤ ਰੱਖਦੇ ਜੀ। ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਸਰ ਪ੍ਰੋਗਰਾਮ ਚਾਉਣ ਲਈ। ਸੋ ਦੋਸਤੋ, ਅੱਜ ਕੋਸ਼ਿਸ਼ ਕੀਤੀ ਹੈ ਕਿ ਇੱਕ ਵੱਖਰੇ ਟੌਪਿਕ ਦੇ ਉੱਤੇ ਪੂਰੀ ਡਿਸਕਸ਼ਨ ਕੀਤੀ ਜਾਵੇ। ਸੋ ਤੁਹਾਡਾ ਕੋਈ ਸਵਾਲ ਹੈ, ਕੋਈ ਤੁਹਾਡਾ ਐਵੇਂ ਦਾ ਮੈਟਰ ਹੈਗਾ, ਇਮੀਗ੍ਰੇਸ਼ਨ ਸੰਬੰਧੀ ਵਧੇਰੇ ਜਾਣਕਾਰੀ ਚਾਹੁੰਦੇ ਹੋ, ਖਹਿਰਾ ਜੀ ਨੂੰ ਤੁਸੀਂ ਉਹਨਾਂ ਦੇ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ। ਫਿਲਹਾਲ ਪ੍ਰੋਗਰਾਮ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।